ਕਰੀ ਹੋਈ ਹੈ। ਕਲਾਸ ਦਾ ਮਨੋਰਥ ਵੀ ਇਹੀ ਹੈ ਕਿ ਅਸੀਂ ਅਕਾਲ ਪੁਰਖ ਦੇ ਗੁਣ ਗਾਇਨ ਕਰੀਏ, ਉਹਨਾਂ ਦੀ ਵਿਚਾਰ ਕਰੀਏ ਤੇ ਫਿਰ ਉਹਨਾਂ ਨੂੰ ਆਪਣੇ ਹਿਰਦੇ ਉੱਤੇ ਵਸਾਈਏ ਤਾਂ ਕਿ ਸਾਡਾ ਇਹ ਸੰਸਾਰ ਤੇ ਆਇਆ ਹੋਇਆ ਸਫਲ ਹੋ ਜਾਏ। ਅੱਜ ਦਾ ਇਹ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਸਾਰੇ ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰੀਏ। ਉਸ ਤੋਂ ਬਾਅਦ ਅੱਜ ਦਾ ਸੈਸ਼ਨ ਆਪਾਂ ਆਰੰਭ ਕਰਾਂਗੇ। ਤਾਂ ਸਾਰਿਆਂ ਨੂੰ ਬੇਨਤੀ ਹੈ, ਮਨ ਬਿਰਤੀਆਂ ਇਕਾਗਰ ਕਰਕੇ ਮੂਲ ਮੰਤਰ ਤੇ ਗੁਰ ਮੰਤਰ ਦਾ ਆਪਾਂ ਜਾਪ ਕਰੀਏ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਕਲਾਸ ਦਾ ਮਕਸਦ ਸਵਾਲ ਜਵਾਬ ਦਾ ਦਿਨ ਆਪਾਂ ਮਿੱਥਿਆ ਸੀ ਵੀ ਕੋਈ ਸਵਾਲ ਜਿਹੜੇ ਕਲਾਸ ਦੇ ਪਾਰਟਿਸਪੈਂਟ ਜਾਂ ਉਹਨਾਂ ਦੇ ਨਾਲ ਕੋਈ ਸੰਬੰਧਿਤ ਹੋਰ ਵਿਅਕਤੀ ਹਨ ਉਹਨਾਂ ਵੱਲੋਂ ਭੇਜੇ ਗਏ ਹਨ, ਉਹਨਾਂ ਬਾਰੇ ਵਿਚਾਰ ਜਿਹੜੀ ਹੈ ਉਹ ਅੱਜ ਦੀ ਇਸ ਕਲਾਸ ਵਿੱਚ ਕਰਨ ਦਾ ਨਿਰਣਾ ਹੋਇਆ ਸੀ। ਕੁਝ ਸਵਾਲ ਐਸੇ ਹਨ ਜਿਨ੍ਹਾਂ ਨੂੰ ਬੇਨਤੀ ਕਰਨ ਦੇ ਬਾਵਜੂਦ ਵੀ ਉਹ ਸਿਲੇਬਸ ਨਾਲ ਸੰਬੰਧ ਨਹੀਂ ਰੱਖਦੇ। ਭਾਵ ਅਸੀਂ ਬੇਨਤੀ ਕੀਤੀ ਸੀ ਵੀ ਜੋ ਕੁਛ ਅਸੀਂ ਡਿਸਕਸ਼ਨ ਕੀਤੀ ਹੈ ਪਿਛਲੇ ਹਫ਼ਤੇ ਦੇ ਵਿੱਚ ਕਲਾਸਾਂ ਦੇ ਵਿੱਚ, ਜੋ ਕੁਝ ਵਿਚਾਰਿਆ ਹੈ ਉਹਦੇ ਨਾਲ ਅਗਰ ਸਵਾਲ ਪੁੱਛਿਆ ਜਾਵੇ ਤਾਂ ਨਾਲੇ ਉਸ ਦੀ ਕਲੈਰਿਟੀ ਹੋ ਜਾਏਗੀ, ਨਾਲੇ ਅਗਰ ਕੋਈ ਗਲਤੀ ਉਹਦੇ 'ਚ ਕੀਤੀ ਹੋਵੇ ਜਾਂ ਰਹਿ ਗਈ ਹੋਵੇ ਤਾਂ ਉਹਦੇ ਨਾਲ ਉਹਦੀ ਕਰੈਕਸ਼ਨ ਜਿਹੜੀ ਹੈ ਉਹ ਹੋ ਜਾਂਦੀ। ਕਾਫੀ ਸਵਾਲ ਜਿਹੜੇ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦੇ ਕੁਝ ਦੇ ਜਵਾਬ ਦੇ ਦਿੱਤੇ ਜਾਣਗੇ, ਕੁਛ ਐਸੇ ਸਵਾਲ ਹਨ ਜਿਨ੍ਹਾਂ ਬਾਰੇ ਡਿਸਕਸ਼ਨ ਦੀ ਲੋੜ ਹੁੰਦੀ ਹੈ, ਉਹ ਜਿਵੇਂ ਪੈਨਲ ਫੈਸਲਾ ਕਰਦਾ ਹੈ ਉਸ ਮੁਤਾਬਕ ਹੋਏਗਾ। ਅੱਜ ਦੇ ਇਸ ਪੈਨਲ ਦੇ ਵਿੱਚ ਸਾਡੇ ਕੋਲ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਅਨੰਦਪੁਰ ਸਾਹਿਬ, ਸਰ ਮਨਮੋਹਨ ਸਿੰਘ ਜੀ ਪੁੰਛ ਜੋ ਜੰਮੂ ਕਸ਼ਮੀਰ ਵਿੱਚ ਪੁੰਛ ਤੋਂ ਹਨ। ਇਤਿਹਾਸ ਦੇ ਬਾਰੇ ਵਿੱਚ ਕੁਝ ਸਵਾਲ ਜਿਹੜੇ ਹਨ ਇਹਨਾਂ ਦੀ ਸੇਵਾ ਲਾਈ ਗਈ ਸੀ ਕਿ ਇਸ ਦੇ ਜਵਾਬ ਦੇਣਗੇ। ਗੁਰਬਾਣੀ ਵਿਆਕਰਨ ਜਾਂ ਸ਼ੁੱਧ ਉਚਾਰਨ ਦੇ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਔਰ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਲੁਧਿਆਣੇ ਵਾਲੇ ਜੋ ਅੱਜ ਕੱਲ੍ਹ ਯੂਕੇ ਹਨ, ਤੇ MP ਸਿੰਘ ਜੀ ਦਿੱਲੀ ਵਾਲੇ, ਇਹ ਇਸ ਪੈਨਲ ਦੇ ਵਿੱਚ ਹਨ ਔਰ ਤਿੰਨੇ ਹੀ ਸਾਡੇ ਕੋਲ ਹਾਜ਼ਰ ਹਨ। ਮੈਂ ਉਸ ਤੋਂ ਬਾਅਦ ਗੁਰਬਾਣੀ ਅਰਥ ਵਿਆਖਿਆ ਦੀ ਸਰ ਰਾਜਾ ਸਿੰਘ ਜੀ ਦਾਸ,
और MP ਸਿੰਘ ਜੀ ਦਿੱਲੀ ਵਾਲੇ, ਉਹਨਾਂ ਦੀ ਸੇਵਾ ਲਾਈ ਗਈ ਸੀ। ਔਰ ਜਨਰਲ ਜਿਹੜੇ ਸਵਾਲ ਸਨ ਉਹਨਾਂ ਦਾ ਵੀ ਪੈਨਲ ਦੇ ਵਿੱਚ ਇਹ ਜਿਹੜੇ ਨਾਮ ਸਾਰਿਆਂ ਨੂੰ ਦੇ ਦਿੱਤੇ ਗਏ ਹਨ। ਸੋ ਚਰਨਜੀਤ ਸਿੰਘ ਜੀ ਸਾਡੇ ਜੋ ਰੋਜ਼ ਹੋਸਟ ਹਨ, ਜੋ ਇਹ ਚਲਾਉਂਦੇ ਹਨ ਰੋਜ਼, ਸਾਰਾ ਜਿਨ੍ਹਾਂ ਦੇ ਕੋਲ ਰਿਕਾਰਡਿੰਗ ਹੈ, ਸਾਰਾ ਸਿਸਟਮ ਜਿਨ੍ਹਾਂ ਨੇ ਇਸ ਸੰਭਾਲਿਆ ਹੋਇਆ, ਸੇਵਾ ਜਿਨ੍ਹਾਂ ਦੇ ਹਿੱਸੇ ਆਈ ਹੈ, ਇਹ ਸੇਵਾ ਉਹ ਨਿਭਾਉਂਦੇ ਹਨ। ਅੱਜ ਇਸ ਕਲਾਸ ਦੀ ਸ਼ੁਰੂਆਤ ਮੈਂ ਬੇਨਤੀ ਕਰਾਂਗਾ ਸਰ ਰਾਜਾ ਸਿੰਘ ਜੀ ਨੂੰ, ਜੋ ਸਾਡੇ ਵੱਡੇ ਭਾਈ ਸਾਹਿਬ ਜੀ ਹਨ, ਸਾਡੇ ਤੋਂ ਸੀਨੀਅਰ ਮਿਸ਼ਨਰੀ ਕਾਲਜ ਦੇ ਨਾਲ ਸੇਵਾ ਕਰ ਰਹੇ ਹਨ। ਸਰ ਰਾਜਾ ਸਿੰਘ ਜੀ ਇਹ ਕਲਾਸ ਦੀ ਸ਼ੁਰੂਆਤ ਕਰਨਗੇ। ਸਰ ਰਾਜਾ ਸਿੰਘ ਜੀ ਨੂੰ ਬੇਨਤੀ ਹੈ, ਚਰਨਜੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਅਨਮਿਊਟ ਕਰ ਦਿੱਤਾ ਜਾਏ ਤੇ ਸਰ ਰਾਜਾ ਸਿੰਘ ਜੀ ਅੱਜ ਦੀ ਕਲਾਸ ਦੀ ਸ਼ੁਰੂਆਤ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆ ਰਹੀ ਵੀਰ ਜੀ? ਹਾਂਜੀ ਆ ਰਹੀ ਹੈ। ਆ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵੀਰ ਹਰਜੀਤ ਸਿੰਘ ਨੇ ਦੱਸਿਆ ਕਿ ਕੁਛ ਇੱਕ ਸਵਾਲ ਆਏ ਨੇ, ਤੋਂ ਆਪਾਂ ਉੱਥੇ ਸ਼ੁਰੂ ਕਰਦੇ ਹਾਂ ਬਜਾਏ ਹੋਰ ਸਮਾਂ ਲਾਉਣ ਦੇ। ਪਹਿਲਾ ਸਵਾਲ ਜਿਹੜਾ ਹੈ ਉਹ ਆਸਾ ਕੀ ਯਾਰ ਦੀ ਪੌੜੀ ਹੈ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਮ। ਇਹਦੇ ਤੇ ਸਵਾਲ ਹੈ ਤੇ ਕਿ ਪੈਰ ਚਿੰਨ੍ਹ ਨੂੰ ਕੀ ਕਹਿੰਦੇ ਨੇ, ਤੇ ਇਹ ਸਵਾਲ ਦਾ ਜਵਾਬ ਜਿਹੜਾ ਹੈ ਇਹ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਔਰ ਲੁਧਿਆਣੇ ਵਾਲੇ, ਅਨੰਦਪੁਰ ਸਾਹਿਬ ਵਾਲੇ ਔਰ ਵੀਰ MP ਸਿੰਘ ਜੀ, ਇਹਨਾਂ ਦਾ ਪੈਨਲ ਹੈ, ਉਹਨਾਂ ਨੂੰ ਬੇਨਤੀ ਹੈ ਵੀ ਇਸ ਸਵਾਲ ਦਾ ਜਵਾਬ ਦੇਣ। ਸਵਾਲ ਭੇਜਿਆ ਕਿਹਨੇ ਹੈ ਉਹ ਮੇਰੇ ਕੋਲ ਨਾਮ ਨਹੀਂ ਹੈਗਾ। ਚਰਨਜੀਤ ਸਿੰਘ ਜੀ ਕੋਲ ਸ਼ਾਇਦ ਨਾਮ ਹੋਵੇ ਤਾਂ ਉਹ ਕਿਰਪਾ ਕਰਕੇ ਅਨਾਉਂਸ ਕਰ ਦਿਓ। ਮੈਂ MP ਸਿੰਘ ਜੀ ਨੂੰ ਤੇ ਅੰਮ੍ਰਿਤਪਾਲ ਸਿੰਘ ਜੀ ਤੇ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੂੰ ਦੋਨੋਂ ਵਾਲੇ ਮੈਂ ਅਨਮਿਊਟ ਕਰ ਰਿਹਾ। ਅੰਮ੍ਰਿਤਪਾਲ ਸਿੰਘ ਜੀ ਲੁਧਿਆਣੇ ਵਾਲੇ, ਮੇਰੇ ਤੋਂ ਤੁਹਾਡਾ ਅਨਮਿਊਟ ਹੋ ਨਹੀਂ ਰਿਹਾ, ਇੱਕ ਵਾਰ ਤੁਸੀਂ ਆਪਣਾ ਇੱਥੇ ਟਰਾਈ ਕਰੋ ਪਲੀਜ਼। ਮੈਂ ਕਰ ਲੈਣਾ ਜੀ। ਹਾਂਜੀ ਹਾਂਜੀ ਹੋ ਗਿਆ ਜੀ। ਹਾਂਜੀ ਹੋ ਗਿਆ ਜੀ। ਹਾਂਜੀ ਹੁਣ ਤਿੰਨੋਂ ਪੈਨਲ ਹਾਂਜੀ ਹੋ ਗਿਆ, ਉਹ ਹੁਣ ਅਨਮਿਊਟਡ ਹੈ। ਸਵਾਲ ਤੁਸੀਂ ਸੁਣ ਲਿਆ ਜੀ? ਹਾਂਜੀ ਬਿਲਕੁਲ ਜੀ। ਗੁਰਬਾਣੀ ਦੇ ਵਿੱਚ ਹਾਹਾ ਜਿਹੜਾ ਪੈਰ ਦੇ ਵਿੱਚ ਜਾਂ ਹਾਹੇ ਦੇ ਤਿੰਨ ਰੂਪ ਆਉਂਦੇ ਨੇ। ਇੱਕ ਤਾਂ ਹਾਹਾ ਦਾ ਰੂਪ ਹੈਗਾ ਅੱਧਾ ਹਾਹਾ। ਇਹਦੀ ਨਿਸ਼ਾਨੀ ਹੁੰਦੀ ਹੈ ਕਿ ਇਹਦਾ ਮੂੰਹ ਖੱਬੇ ਪਾਸੇ ਨੂੰ ਖੁੱਲਿਆ ਹੁੰਦਾ ਹੈ, ਤੇ ਜੇ ਉਹਦਾ ਸੱਜੇ ਪਾਸੇ ਨੂੰ ਮੂੰਹ ਖੁੱਲਿਆ ਹੋਵੇ ਫਿਰ ਉਹਨੂੰ ਯਈਆ ਆਖਦੇ ਨੇ, ਉਹ ਹਾਹਾ ਨਹੀਂ ਹੁੰਦਾ। ਦੂਸਰਾ ਹਾਹੇ ਦਾ ਰੂਪ ਆਉਂਦਾ ਹੈ, ਥੱਲੇ ਛੋਟੀ ਜਿਹੀ ਇੱਕ ਲਾਈਨ ਖਿੱਚੀ ਹੁੰਦੀ ਹੈ, ਟੇਢੀ ਜਿਹੀ ਲਾਈਨ, ਉਹਨੂੰ ਕਹਿੰਦੇ ਨੇ ਹਲੰਤ। ਤੇ ਤੀਜਾ ਹਾਹੇ ਦਾ ਹੁੰਦਾ ਹੈ ਸ਼ਬਦ ਦੇ, ਉੱਥੇ ਵੀ ਉਹਦਾ ਜਿਹੜਾ ਪ੍ਰੋਨਾਂਸ ਜਿਹੜਾ ਉਹ ਹਾਹੇ ਦੇ ਰੂਪ ਹੁੰਦਾ ਹੈ। ਜਿਹੜਾ ਆਹ ਸ਼ਬਦ ਹੈਗਾ ਆਪੀ ਨੇ ਆਪ ਸਾਜਿਓ, ਆਪੀ ਨੇ ਦੇ ਵਿੱਚ ਜਿਹੜਾ ਪੈਰ ਦੇ ਵਿੱਚ ਹਲੰਤ ਲੱਗਿਆ ਹੈ, ਇਹ ਅੱਧੇ ਹਾਹੇ ਦੀ ਆਵਾਜ਼ ਦਿੰਦਾ ਹੈ। ਆਪੀ ਨੇ ਭਾਵੇਂ ਨੂੰ ਅੱਧੇ ਹਾਹੇ ਦੇ ਨਾਲ ਅਸੀਂ ਉਚਾਰਾਂਗੇ, ਤੇ ਮੈਂ ਸ਼ਬਦ ਕੱਢ ਵੀ ਲਵਾਂ, ਉਹਦੇ ਨਾਲ ਹੋਰ ਜ਼ਿਆਦਾ ਕਲੀਅਰ ਹੋ ਜਾਏਗਾ। ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਵੀ ਸ਼ਬਦ ਨੇ। ਹਾਂਜੀ, ਆਪੀ ਨੇ ਆਪ ਸਾਜਿਓ, ਇਹਦੇ ਵਿੱਚ ਆਪੀ ਨੇ ਦੇ ਵਿੱਚ ਨੰਨੇ ਨੂੰ ਜਿਹੜਾ ਹਾਹਾ ਲੱਗਿਆ ਹੋਇਆ ਹੈ, ਉਹ ਅਸਲ ਦੇ ਵਿੱਚ ਹਲੰਤ ਲੱਗਿਆ, ਉਹ ਅੱਧੇ ਹਾਹੇ ਦੀ ਸੂਖਮ ਹਾਹੇ ਦੀ ਆਵਾਜ਼ ਦੇਗਾ ਹ। ਤੇ ਜਿਵੇਂ ਇਸ ਤਰ੍ਹਾਂ ਦੇ ਹੋਰ ਵੀ ਬੜੇ ਸ਼ਬਦ ਪੜ੍ਹਦੇ ਹਾਂ ਗੁਰਬਾਣੀ ਵਿੱਚੋਂ, ਜਿਵੇਂ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ, ਜਾਂ ਠੱਗ ਮੁੱਠੀ ਕੁੜਿਆਰ ਬੰਨ ਚਲਾਈ ਹੈ। ਬੰਨ ਨ ਦੇ ਉੱਪਰ ਜ਼ੋਰ ਲੱਗ ਜਾਂਦਾ ਹੈ। ਬਹੁਤ ਥਾਵਾਂ ਤੇ ਗੁਰਬਾਣੀ ਦੇ ਵਿੱਚ ਇਹ ਹਾਹਾ ਪੂਰਾ ਵੀ ਆ ਜਾਂਦਾ ਹੈ, ਹਲੰਤ ਵਾਲਾ ਹਾਹਾ ਪੂਰਾ ਆ ਜਾਂਦਾ ਹੈ, ਪਰ ਉਹਨੂੰ ਉਚਾਰਨ ਸੂਖਮ ਹਾਹੇ ਦੇ ਰੂਪ ਵਿੱਚ ਹੀ ਕਰਨਾ ਹੁੰਦਾ ਹੈ। ਜਿਵੇਂ ਮੈਂ ਕਹਿੰਦਾ, ਅਸੀਂ ਪੜ੍ਹਦੇ ਹਾਂ ਹਰ ਹਟ ਵੀ ਤੂੰ ਤੂੰ ਕਰੇ, ਉੱਥੇ ਹਰ ਹਟ ਨਹੀਂ, ਹਰ ਹਟ ਵੀ ਤੂੰ ਤੂੰ ਕਰੇ, ਗੱਲ ਹਲਟ ਦੀ ਚੱਲ ਰਹੀ ਹੈ। ਉੱਥੇ ਪੂਰਾ ਹਾਹਾ ਹਲੰਤ ਦਾ ਰੂਪ ਹੈਗਾ, ਉੱਥੇ ਡੰਡੀ ਪਾਉਣ ਦੀ ਬਜਾਏ ਪੂਰਾ ਹਾਹਾ ਪਾ ਦਿੱਤਾ। ਜਾਂ ਅਸੀਂ ਆਸਾ ਕੀ ਵਾਰ ਚ ਪੜ੍ਹਦੇ ਹਾਂ ਕੋਥੀ ਜਾਈ ਸਟਿਆ, ਉੱਥੇ ਹੱਥੀਂ ਕਹਿਣਾ ਗਲਤ ਹੋਏਗਾ, ਕੋਥੀ ਉਹ ਜਿਹੜਾ ਹਾ ਹੈ ਉਹ ਹਲੰਤ ਦਾ ਹੀ ਪੂਰਾ ਰੂਪ ਹੈਗਾ ਵੈ। ਜਾਂ ਅਸੀਂ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ ਜਿਵੇਂ ਕਿਤੀ ਕਾਮਨਾ ਧੌਲਹਰ ਨਹੀਂ ਹੈਗਾ, ਧੌਲਰ, ਧੌਲਰ ਹੁੰਦਾ ਚਿੱਟੇ ਮਕਾਨ। ਹੁਣ ਉੱਥੇ ਵੀ ਜਿਹੜਾ ਹਾ ਪੂਰਾ ਹਲੰਤ ਦਾ ਰੂਪ ਹੈ,
ਬਹੁਤ ਥਾਵਾਂ ਤੇ ਹਲੰਤ ਰੂਪ ਵਿੱਚ ਸੂਖਮ ਰੂਪ ਵਿੱਚ ਇਹ ਹਾਹਾ ਆ ਜਾਂਦਾ ਹੁੰਦਾ ਵੈ, ਤੇ ਪਰ ਕਿਤੇ ਕਿਤੇ ਇਹ ਪੂਰੇ ਰੂਪ ਦੇ ਵਿੱਚ ਵੀ ਆ ਜਾਂਦਾ ਹੈ। ਦੂਸਰਾ ਜਿਹੜਾ ਵਿਸਰਗਾਂ ਦੇ ਰੂਪ ਵਿੱਚ ਆਉਂਦਾ ਵੈ, ਉਹ ਸਾਨੂੰ ਪਤਾ ਹੀ ਹੈਗਾ ਗੁਰਬਾਣੀ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਜਿਵੇਂ ਨਾਨਕ ਮਸਤਕ ਲਿਖਣ ਹੈ, ਜਿਹੜੀਆਂ ਉਹ ਦੋ ਬਿੰਦੀਆਂ ਨੇ ਉਹ ਵੀ ਹਾਹੇ ਦਾ ਰੂਪ ਧਾਰਨ ਹੁੰਦੀਆਂ ਨੇ। ਭਾਵ ਹਾਹਾ ਜਿਹੜਾ ਵਿਸਰਗਾਂ ਦੇ ਰੂਪ ਵਿੱਚ ਵੀ ਆਉਂਦਾ ਵੈ, ਹਲੰਤ ਜਿਹੜੀ ਥੱਲੇ ਡੰਡੀ ਲੱਗੀ ਹੈ ਉਹ ਵੀ ਅੱਧੇ ਹਾਹੇ ਦਾ ਸੂਖਮ ਉਚਾਰਨ ਦਾ ਰੂਪ ਹੈਗਾ, ਤੇ ਕਈ ਵਾਰੀ ਇਹ ਹਾਹਾ ਸੱਜੇ ਪਾਸੇ ਖੱਬੇ ਪਾਸੇ ਨੂੰ ਮੂੰਹ ਖੁੱਲਿਆ ਹੋਵੇ ਉਹ ਵੀ ਹਾਹਾ ਆ ਜਾਂਦਾ ਹੈ, ਤੇ ਕਈ ਵਾਰੀ ਇਹ ਪੂਰੇ ਹਾਹੇ ਦੇ ਰੂਪ ਦੇ ਵਿੱਚ ਵੀ ਆ ਜਾਂਦਾ ਵੈ। ਇਸੇ ਤਰ੍ਹਾਂ ਕਿਰਿਆ ਦੇ ਵਿੱਚ ਵੀ ਕਈ ਵਾਰੀ ਇਹ ਹਾਹਾ ਹਲੰਤ ਦੇ ਰੂਪ ਵਿੱਚ ਪੂਰਾ ਆ ਜਾਂਦਾ ਵੈ। ਜਿਵੇਂ ਮੈਂ ਕਹਿਣਾ ਵਾ, ਭਾਈ ਰੇ ਰਾਮ ਕਹੋ ਚਿਤਲਾਏ, ਉੱਥੇ ਕਹੋ ਕਹਿਣਾ ਗਲਤ ਹੋਏਗਾ, ਕਹੋ ਉੱਥੇ ਵੀ ਵਿਚਕਾਰਲਾ ਜਿਹੜਾ ਹਾਹਾ ਹੈ ਉਹ ਹਲੰਤ ਦਾ ਹੀ ਪੂਰਾ ਰੂਪ ਹੈਗਾ ਵੈ। ਜਾਂ ਉਸ ਤੇ ਭਿੰਨ ਕਹੋ ਕਿਛ ਹੋਏ, ਉੱਥੇ ਵੀ ਕਹੋ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ, ਮਤਲਬ ਇੱਥੇ ਵੀ ਜਿਹੜਾ ਪੂਰਾ ਹਾਹਾ ਹੈ ਉਹ ਹਲੰਤ ਦਾ ਰੂਪ ਦਾ ਹੀ ਪੂਰਾ ਰੂਪ ਹੈਗਾ ਵੈ। ਗਿਆਨੀ ਅੰਮ੍ਰਿਤਪਾਲ ਸਿੰਘ ਜੀ ਅਨੰਦਪੁਰ ਸਾਹਿਬ ਜੀ। ਜੀ ਭਾਈ ਸਾਹਿਬ ਜੀ ਨੇ ਜੋ ਕੁਝ ਵਿਆਖਿਆ ਕੀਤੀ ਹੈ ਬਹੁਤ ਵਧੀਆ ਕੀਤੀ ਹੈ, ਠੀਕ ਹੈ ਜੀ। ਤੇ ਇਹਦੇ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ। ਇੱਕ ਥੋੜਾ ਜਿਹਾ ਉਚਾਰਨ ਦਾ ਜਿਹੜਾ ਉਹ ਫਰਕ ਜ਼ਰੂਰ ਮੈਂ ਦੱਸਣਾ ਚਾਹਨਾ। ਜਿਸ ਤਰ੍ਹਾਂ ਹੁਣ ਇਹ ਹਲੰਤ ਜਿਹੜੀ ਹੈ ਨਾ ਜੀ, ਪੁੱਠੇ ਕਾਵੇਂ ਵਰਗੀ ਹੁੰਦੀ ਹੈ, ਤੇ ਇਸ ਤਰ੍ਹਾਂ ਹੁਣ ਆਪਾਂ ਖੇਲ ਕਹਿੰਦੇ ਹਾਂ, ਖੇਲ ਇਹ ਲਾਂ ਦੇ ਵਿੱਚ ਜਾ ਵੜਦੀ ਹੈ, ਖੇ। ਇਸ ਤਰ੍ਹਾਂ ਖੇ ਬੋਲਦੇ ਆ ਜਿਹੜਾ, ਉਹ ਵੀ ਇਹ ਉੱਥੇ ਲਾਂ ਦੇ ਵਿੱਚ ਹੀ ਪ੍ਰਵੇਸ਼ ਕਰ ਜਾਂਦੀ ਹੈ। ਇਸ ਕਰਕੇ ਇਹਦਾ ਉਚਾਰ ਜਿਹੜਾ ਨਾ ਇਹ ਇਸ ਰੂਪ ਵਿੱਚ ਕੀਤਾ ਜਾਏ ਇਹ ਤਾਂ ਬਹੁਤ ਵਧੀਆ। ਜਿਸ ਤਰ੍ਹਾਂ ਹੋਰ ਸ਼ਬਦ ਹੈ, ਬੰਨ ਉਠਾਈ ਪੋਟਲੀ, ਉੱਥੇ ਬੱਬੇ ਦੀ ਬਿੰਦੀ ਵਿੱਚ, ਬਿੰਦੀ ਦੇ ਵਿੱਚ ਇਹਨੇ ਪ੍ਰਵੇਸ਼ ਕਰ ਜਾਣਾ। ਬੰਨ ਹਾਂ ਜਿਹੜੀ ਆਵਾਜ਼ ਹੈ ਨਾ ਜੀ, ਉਹ ਇਸ ਹਲੰਤ ਦੇ ਨਾਲ ਆਣੀ। ਤੇ ਹੋਰ ਅੱਖਰ ਹੈਗੇ ਖੋਲ ਕਪਟ ਗੁਰ ਮੇਲੀਆ, ਖੋਲ ਇੱਥੇ ਵੀ ਹਲੰਤ ਲੱਗੀ ਹੋਈ ਹੈ। ਉਹਨੀ ਤੁਬਕ ਜਾਣ ਤਾਣ ਚਲਾਈ, ਇੱਥੇ ਊੜੇ ਦੇ ਉੱਪਰਲੇ ਮੂੰਹ ਦੇ ਵਿੱਚ ਜਾ ਵੜਨੀ, ਊੜੇ ਦੇ। ਜਿਨਕੇ ਬੰਕੇ ਘਰੀ ਨਾ ਆਇਆ, ਜਿਨਕੇ ਇੱਥੇ ਨਨਾ ਜਿਹੜਾ ਨਾ ਉਹਦਾ ਉਚਾਰਨ ਇਸ ਤਰ੍ਹਾਂ ਹੋਣਾ, ਜਿਨ ਇਹਦੀ ਜੱਜੇ ਦੀ ਟਿੱਪੀ ਦੇ ਵਿੱਚ ਜਾ ਪ੍ਰਵੇਸ਼ ਕਰਨੀ। ਸੋ ਇਹਦੇ ਬਾਰੇ ਥੋੜਾ ਜਿਹਾ ਇਹ ਭੇਦ ਹੈ। ਜਿਸ ਤਰ੍ਹਾਂ ਖੁੱਲੜੇ ਕਪਾਟ, ਨਾਨਕ ਸਤਿਗੁਰ ਭੇਟ ਤੇ, ਖੁੱਲੜੇ ਕਪਾਟ, ਖੁੱਲੜੇ ਜਿਹੜਾ ਆਪਾਂ ਜਦੋਂ ਬੋਲਾਂਗੇ ਇਹ ਖੱਖੇ ਦੇ ਅਧਕ ਦੇ ਵਿੱਚ ਔਰ ਔਂਕੜ ਦੇ ਵਿੱਚ ਪ੍ਰਵੇਸ਼ ਕਰ ਜਾਏ। ਇਹ ਨਹੀਂ ਕੋਈ ਵਿਚਾਰ ਮੇਰੀ ਹੈ, ਬਾਕੀ ਹੋਰ ਫਿਰ ਬਾਅਦ ਚ ਕਰਦੇ ਰਹਾਂਗੇ। ਭਾਈ ਅਮਰਪਾਲ ਸਿੰਘ ਜੀ ਬਹੁਤ ਧੰਨਵਾਦ ਤੁਹਾਡਾ, ਤੁਸੀਂ ਦਰਸ਼ਨ ਦਿੱਤੇ ਆ। ਤੇ ਅੱਜ ਕੱਲ੍ਹ ਤੁਸੀਂ ਐਡਮਿੰਟਨ ਹੋ ਗਏ ਯੂਕੇ ਵਿੱਚ? ਧੰਨਵਾਦ ਜੀ ਤੁਹਾਡਾ। ਐਡਮਿੰਟਨ ਹੋ? ਹੈਲੋ ਦੋਨਾਂ ਵੀ ਤਾਂ ਬਹੁਤ ਹੈਗਾ ਜੀ, ਯੂਕੇ ਦੇ ਵਿੱਚ। ਚਰਨਜੀਤ ਸਿੰਘ ਜੀ ਬਾਕੀਆਂ ਨੂੰ ਮਿਊਟ ਕਰ ਦਿਆ ਕਰੋ, ਜਿਹੜੇ ਇੱਕ ਬੋਲਦੇ ਸਿਰਫ ਉਹਨਾਂ ਨੂੰ ਔਨ ਰੱਖੋ, ਬਾਕੀ ਜਾਂ ਸਾਰਿਆਂ ਨੂੰ ਮਿਊਟ ਕਰ ਦਿਓ। ਤਦ ਕਿ ਤੁਹਾਡੇ ਨੂੰ ਪੁੱਛਣਾ ਜਿਹੜਾ ਪੈਨਲ ਦਾ ਕੁਐਸਚਨ ਹੋਏਗਾ ਮੈਂ ਪੈਨਲ ਨੂੰ ਅਨਮਿਊਟਡ ਰੱਖਾਂਗਾ, ਕਿਉਂਕਿ ਜਿਵੇਂ ਹੁਣੀ ਇੱਕ ਨਹੀਂ ਇੱਕ ਨੇ ਬੋਲਣਾ ਨਾ, ਫਿਰ ਉਸ ਤੋਂ ਬਾਅਦ ਦੂਜੇ ਦਾ ਫਿਰ ਅਨਮਿਊਟ ਕਰ ਦਿਓ। ਫਿਰ ਭਾਈ ਸਾਹਿਬ ਮੈਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਪੈਨਲ ਦੇ ਵਿੱਚ ਇੱਕ ਤੋਂ ਬਾਅਦ ਕਿੰਨੇ ਬੋਲਣਾ ਦੂਜੇ ਨੇ? ਉਹ ਫਿਰ ਥੋੜੀ ਜਿਹੀ ਕਨਫਿਊਜ਼ਨ ਹੋ ਜਾਏਗੀ। ਤਾਂ ਮੈਂ ਸਿਰਫ ਪੈਨਲ ਨੂੰ ਅਨਮਿਊਟਡ ਰੱਖਣਾ। ਹਾਂਜੀ ਸੋ ਸ਼ੁਕਰੀਆ ਚਰਨਜੀਤ ਸਿੰਘ ਜੀ, ਔਰ ਦੋਨਾਂ ਵੀਰਾਂ ਦਾ ਬੜਾ ਸ਼ੁਕਰੀਆ। ਬਾਣੀ ਬੜਾ ਸੁੰਦਰ ਹੈ ਜੀ, ਤੇ ਪਰ ਜਿੰਨੀ ਇਹਦੀ ਖੋਜ ਕਰ ਲਈ ਉਨੀ ਥੋੜੀ ਹੈ। ਪਰ ਜੋ ਵੀ ਇਹਨਾਂ ਵੀਰਾਂ ਨੇ ਦੱਸਿਆ ਬਹੁਤ ਖੋਲ ਕੇ ਔਰ ਬੜੇ ਵਧੀਆ ਤਰੀਕਾ ਦੱਸਿਆ। ਕੁਝ ਗੱਲਾਂ ਅਸੀਂ ਨਾ ਪਤਾ ਹੋਣ ਕਰਕੇ, ਕਿਉਂਕਿ ਇਸ ਬਹੁਤਾ ਇੱਧਰ ਟਾਈਮ ਨਹੀਂ ਦਿੰਦੇ, ਇਹੋ ਜਿਹੀ ਜਿਹੜੀ ਡਿਸਕਸ਼ਨ ਹੈ ਸੁਣਨੀ ਚਾਹੀਦੀ ਹੈ। ਜਪਜੀ ਸਾਹਿਬ 'ਚ ਆਪਾਂ ਜਿਵੇਂ ਰੋਜ਼ ਪੜ੍ਹ ਜਾਂਦੇ ਹਾਂ, ਦੁੱਖ ਪਰ ਹਰ ਸੁੱਖ ਕਰ ਲਿਆ ਜਾਏ, ਕਈ ਵਾਰ ਆਪਾਂ ਪਰ ਹਰ ਪੜ੍ਹ ਜਾਂਦੇ ਹਾਂ, ਪਰ ਹਰ ਦਾ ਅਰਥ ਕੋਈ ਹੋਰ ਨਿਕਲ ਜਾਏਗਾ, ਮੈਂ ਸਮਾਂ ਨਹੀਂ ਲੈਂਦਾ। ਤਾਂ ਜਿਵੇਂ ਇਹਨਾਂ ਨੇ ਦੱਸਿਆ ਇਸੇ ਤਰ੍ਹਾਂ ਦੁੱਖ ਪਰ ਹਰ, ਉੱਥੇ ਪਰ ਹਰ ਨਹੀਂ, ਦੁੱਖ ਪਰ ਹਰ ਸੁੱਖ ਕਰ ਲਿਆ ਜਾਏ। ਤਾਂ ਦੋਨੋਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਤੋਂ ਅਗਲਾ ਜਿਹੜਾ ਸਵਾਲ ਹੈ ਜੀ, ਇਹ ਜਿਨ੍ਹਾਂ ਦਾ ਇਹ ਸਵਾਲ ਸੀਗਾ ਉਹਨਾਂ ਦਾ ਨਾਮ ਨਹੀਂ ਸੀ ਮੇਰੇ ਕੋਲ, ਖਿਮਾ ਕਰਨਾ। ਤੇ ਉਮੀਦ ਹੈ ਵੀ ਉਹਨਾਂ ਨੂੰ ਇਹ ਸਵਾਲ ਤੋਂ ਸੰਤੁਸ਼ਟੀ ਹੋਏਗੀ, ਤੇ ਜਾਂ ਜੇ ਅਜੇ ਵੀ ਉਹਨਾਂ ਨੂੰ ਕੋਈ ਸੰਤੁਸ਼ਟੀ ਨਹੀਂ ਹੈ ਤਾਂ ਜਿਨ੍ਹਾਂ ਦਾ ਸਵਾਲ ਸੀ ਉਹ ਕਿਰਪਾ ਕਰਕੇ ਹੱਥ ਖੜਾ ਕਰ ਸਕਦੇ ਨੇ। ਚਰਨਜੀਤ ਸਿੰਘ ਜੀ ਦੇਖੋ, ਨਹੀਂ ਤਾਂ ਆਪਾਂ ਅਗਲੇ ਸਵਾਲ ਵੱਲ ਚੱਲੀਏ।
ਜੀ ਭਾਈ ਸਾਹਿਬ ਅਗਲੇ ਸਵਾਲ ਵੱਲ ਚੱਲੀਏ। ਆਈ ਥਿੰਕ ਇਹ ਹੈਂਡ ਰੇਸ ਕਰਕੇ ਕੁਐਸਚਨਸ ਉਹ ਲਾਸਟ ਲੈ ਲਾਂਗੇ ਹੋਰ ਕਲੈਰਿਟੀ ਦੇ ਲਈ, ਕਿਉਂਕਿ ਸਾਡੇ ਕੋਲ ਜੀ। ਕੁਐਸਚਨਸ ਨੇ ਤੇ ਟਾਈਮ ਸੀਮਤ ਹੈ। जी अगला सवाल है जी भी ये भी मेरे को क्षमा करना नाम नहीं है, दुखदारू श्लोक एक है ਜਾਂ ਦੋ ਹੈ। मैं बेनती करांगा MP ਸਿੰਘ जी ਨੂੰ ਵੀ ਇਹਦਾ ਦੁਖਦਾਰੂ ਵਾਲਾ ਜਿਹੜਾ ਸ਼ਲੋਕ ਹੈ ਉਹ ਕਹਿੰਦੇ ਨੇ ਇੱਕ ਨੇ ਕਿ ਦੋ ਨੇ। MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਫਤਿਹ। तो जो गुरु ग्रंथ साहब जी ਦੇ ਅੰਦਰ ਅੰਕਾਂ ਦੀ ਸਕੀਮ ਹੈ ਉਹਦੇ ਮੁਤਾਬਕ ਅਗਰ ਜੇ ਅੰਕਾਂ ਵੱਲ ਧਿਆਨ ਦਿੱਤਾ ਜਾਵੇ ਤੇ ਦੁਖਦਾਰੂ ਵਾਲਾ ਸ਼ਲੋਕ ਜੋ ਹੈ ਉਹਨਾਂ ਦੇ ਵਿੱਚ ਦੋ ਹਿੱਸੇ ਆਉਂਦੇ ਨੇ, ਦੋ ਅਲੱਗ-ਅਲੱਗ ਅੰਕ ਬਣਦੇ ਨੇ। ਰਾਹੋ ਦੀ ਬੰਦ ਵੀ ਹੈ, ਉਹਦਾ ਰਾਹੋ ਦਾ ਅੰਕ ਜਿਵੇਂ ਕਿ ਆਪ ਜਾਣਦੇ ਹੋ ਕਿ ਹਮੇਸ਼ਾ ਇੰਡੀਪੈਂਡੈਂਟਲੀ ਵੱਖਰਾ ਇੱਕ ਅੰਕ ਹੁੰਦਾ ਹੈ। तो मगर इस दुखदारू वाले पूरे श्लोक ਜਿਹੜੇ ਦੋ ਹਿੱਸਿਆਂ ਵਿੱਚ ਹੈਗਾ ਔਰ ਉਹ ਦੋ ਸ਼ਲੋਕ ਗਿਣੇ ਗਏ ਨੇ ਔਰ ਉਸ ਤੋਂ ਬਾਅਦ ਜਿੰਨੇ ਹੋਰ ਸ਼ਲੋਕ ਆਏ ਨੇ ਉਹਨਾਂ ਦੇ ਅੰਕ ਵੀ ਇਸੇ ਸੀਕੁਐਂਸ ਦੇ ਮੁਤਾਬਕ ਹੀ ਚੱਲਦੇ ਨੇ, ਤੀਜਾ ਚੌਥਾ ਪੰਜਵਾਂ। तो ਦੁਖਦਾਰੂ ਵਾਲੇ ਸ਼ਲੋਕ ਨੂੰ ਅਸਲ ਵਿੱਚ ਦੋ ਸ਼ਲੋਕ ਹੀ ਮੰਨਿਆ ਜਾਏਗਾ। ਸ਼ੁਕਰੀਆ ਜੀ MP ਸਿੰਘ ਜੀ। तो ਅਗਲਾ ਸਵਾਲ ਜਿਹੜਾ ਉਹ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਉਹਨੂੰ ਜਵਾਬ ਦੇਣਗੇ। ਇਹ ਸਵਾਲ ਸੀਗਾ ਕਿ ਉਹ ਲਿਖਦੇ ਨੇ ਕਿ ਵੀਰ ਜੀ ਮੈਂ ਸੁਣਿਆ ਹੈ ਕਿ ਸਾਰੇ ਹੀ ਕਹਿੰਦੇ ਨੇ ਰੋਮਨਾਈਜ਼ 'ਚ ਹੈ ਕਿ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਅਤੇ ਪ੍ਰਭੂ ਦਾ ਸਿਮਰਨ ਕਰਕੇ ਹੀ ਇਹ ਜੀਵਨ ਸਫਲ ਹੋ ਸਕਦਾ ਹੈ। ਤਾਂ ਇਹ ਸਵਾਲ ਸੀ, ਇਹ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੂੰ ਬੇਨਤੀ ਹੈ ਵੀ ਇਹਦਾ ਜਵਾਬ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਬਾਣੀ ਦੇ ਆਧਾਰ ਤੇ ਪ੍ਰਭੂ ਦੀ ਸਿਫਤ ਸਲਾਹ ਜਾਂ ਪ੍ਰਭੂ ਸਿਮਰਨ ਕੀ ਹੈ, ਇਸ ਸੰਬੰਧੀ ਬੇਨਤੀ ਹੈ ਕਿ ਗੁਰਬਾਣੀ ਦੇ ਵਿੱਚ ਤਿੰਨ ਸ਼ਬਦ ਹਨ ਜੋ ਸਮਰਥਕ ਸ਼ਬਦ ਹਨ। ਉਹ ਵਿੱਚ ਇੱਕ ਚੇਤਾ ਪੰਜਾਬੀ ਦਾ ਸ਼ਬਦ ਹੈ, ਯਾਦ ਹਿੰਦੀ ਦਾ ਸ਼ਬਦ ਹੈ, ਸਿਮਰਨ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਤਿੰਨੇ ਹੀ ਸ਼ਬਦ ਗੁਰਬਾਣੀ ਵਿੱਚ ਵਰਤ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡਾ ਇਹ ਮਾਰਗਦਰਸ਼ਨ ਕੀਤਾ ਹੈ ਕਿ ਸਿਮਰਨ ਤੋਂ ਬਿਨਾ ਗੁਜ਼ਾਰਾ ਨਹੀਂ। ਜਿਵੇਂ ਪੰਜਾਬੀ ਵਿੱਚ ਪਹਿਲਾ ਸ਼ਬਦ ਵਰਤਿਆ ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋਤਣੀ, ਜਾਂ ਨੌਵੇਂ ਪਾਤਸ਼ਾਹ ਦਾ ਸ਼ਬਦ ਹੈ ਚੇਤਨਾ ਹੈ ਤੋ ਚੇਤ ਲੈ। ਇੱਥੇ ਵੀ ਸ਼ਬਦ ਦਾ ਮਤਲਬ ਚੇਤਾ, ਯਾਦ ਜਾਂ ਸਿਮਰਨ ਸਮਰਥਕ ਲਫ਼ਜ਼। ਸਿਮਰਨ ਯਾਦ ਸ਼ਬਦ ਜਿਹੜਾ ਉਹ ਖਾਣਾ ਪੀਣਾ ਹੱਸਣਾ ਬਾਦ ਜਬ ਲਗ ਰਿਦਾ ਨਾ ਆਵੇ ਯਾਦ। ਯਾਦ ਸ਼ਬਦ ਵੀ ਸਿਮਰਨ ਵਾਸਤੇ ਹੀ ਆਇਆ, ਚੇਤਾ ਸ਼ਬਦ ਵੀ ਸਿਮਰਨ ਵਾਸਤੇ ਆਇਆ। ਔਰ ਸਿਮਰਨ ਤਾਂ ਹਜ਼ਾਰਾਂ ਵਾਰੀ ਆਇਆ। ਕਬੀਰ ਹਰਿ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ, ਜਾਂ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੇ। ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਹਰ ਜਾਰੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਨੇ ਵਾਹਿਗੁਰੂ ਜੀ ਦੀ ਹੋਂਦ ਤੇ ਹਜ਼ੂਰੀ ਵਿੱਚ ਦ੍ਰਿੜ ਵਿਸ਼ਵਾਸ ਰੱਖ ਕੇ ਹਰ ਸਮੇਂ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਕੋ ਨਾਮ ਜਪ ਨਿਰਮਲ ਕਰਨ, ਪਰਮਾਤਮਾ ਵਾਹਿਗੁਰੂ ਜੀ ਨੂੰ ਯਾਦ ਰੱਖਣਾ ਤੇ ਨੇਕ ਕਰਮ ਕਰਕੇ ਆਪਣੇ ਜਨਮ ਨੂੰ ਸਫਲ ਕਰਨਾ ਹੈ। ਸਿੱਖ ਰਹਿਤ ਮਰਜ਼ਾਦਾ ਅਨੁਸਾਰ ਅੰਮ੍ਰਿਤ ਵੇਲੇ ਦੀ ਸੰਭਾਲ ਉਪਰੰਤ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਹਰ ਸਮੇਂ ਸਾਸ ਗਰਾਸ ਰੱਬ ਨੂੰ ਜਾਂ ਗੁਰੂ ਨੂੰ ਚੇਤੇ ਰੱਖਣਾ ਕਿ ਗੁਰੂ ਸਾਹਿਬ ਨੇ ਸਾਡੇ ਲਈ ਕੀ ਹੁਕਮ ਕੀਤੇ ਨੇ। ਆਮ ਤੌਰ ਤੇ ਇਹ ਸ਼ਬਦ ਗੁਰਬਾਣੀ ਵਿੱਚ ਵਰਤਿਆ ਮਨ ਵਚ ਕਰਮ ਪ੍ਰਭ ਆਪਣਾ ਧਿਆਈਏ, ਮਾਰਗ ਚੱਲਦਾ ਹਰੇ ਹਰ ਗਾਈਏ। ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ। ਇਸ ਲਈ ਸਾਡੀ ਰੋਜ਼ਾਨਾ ਅਰਦਾਸ ਵਿੱਚ ਵੀ ਜਦੋਂ ਖਾਲਸਾ ਜੀ ਦੀਆਂ ਮੰਗਾਂ ਦਾ ਜ਼ਿਕਰ ਆਉਂਦਾ ਹੈ, ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤਿੰਨ ਵਾਰੀ ਲਫ਼ਜ਼ ਆਉਣ ਦਾ ਮਤਲਬ ਕੀ ਹੈ ਕਿ ਤਿੰਨੇ ਵਾਰ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਅਸੀਂ ਵਾਹਿਗੁਰੂ ਨੂੰ ਜਪਣਾ ਹੈ, ਯਾਦ ਰੱਖਣਾ ਹੈ। ਦੂਜੇ ਸ਼ਬਦਾਂ ਵਿੱਚ ਇਹ ਕਹਿ ਲਈਏ ਕਿ ਅਸੀਂ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਖਾਂਦਿਆਂ ਪਹਿਨਦਿਆਂ ਵਿਆਹ ਸ਼ਾਦੀ ਖੁਸ਼ੀ ਗਮੀ ਮਰਨੇ ਪਰਨੇ ਵੇਲੇ ਜਦੋਂ ਘਰ ਦੇ ਵਿੱਚ ਕੋਈ ਵੀ ਸਮਾਗਮ ਹੋਵੇ ਸਾਨੂੰ
ਗੁਰੂ ਪਾਤਸ਼ਾਹ ਯਾਦ ਰਹਿਣੇ ਚਾਹੀਦੇ ਨੇ। ਔਰ ਕਿਸੇ ਵੀ ਕਿਸਮ ਦੇ ਜਾਤ ਵਿਤਕਰੇ ਤੋਂ ਉੱਪਰ ਉੱਠ ਕੇ ਅਸੀਂ ਹਮੇਸ਼ਾ ਹੀ ਇਹ ਯਾਦ ਰੱਖਣਾ ਹੈ ਕਿ ਜੋ ਦਿਸੈ ਸੋ ਤੇਰਾ ਰੂਪ। ਇਹ ਗੱਲਾਂ ਨੂੰ ਸਮਝ ਕੇ ਸਰਬੱਤ ਦਾ ਭਲਾ ਮਨ ਦੇ ਵਿੱਚ ਰੱਖ ਕੇ ਅਸੀਂ ਸਵਾਸ ਉਸ ਵਾਹਿਗੁਰੂ ਨੂੰ ਯਾਦ ਰੱਖ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ। ਸੋ ਜਿਹੜਾ ਵੀ ਸ਼ਬਦ ਸਿਮਰਨ ਆਇਆ, ਚੇਤਾ ਆਇਆ ਜਾਂ ਯਾਦ ਆਇਆ ਜਾਂ ਪ੍ਰਭੂ ਦੀ ਸਿਫਤ ਸਲਾਹ, ਮੈਂ ਸਾਨੂੰ ਹਰ ਸਮੇਂ ਉਹ ਪ੍ਰਮਾਤਮਾ ਵਾਹਿਗੁਰੂ ਦੀ ਯਾਦ ਸਾਡੇ ਹਿਰਦੇ ਵਿੱਚ ਰਹੇ। ਮੈਂ ਸਮਝਦਾ ਹਾਂ ਸਿਫਤ ਸਲਾਹ ਜਾਂ ਸਿਮਰਨ ਇਹਦੇ ਅਰਥ ਇਹੀ ਲੈ ਜਾ ਸਕਦੇ ਨੇ ਕਿ ਕਦੇ ਵੀ ਪ੍ਰਮਾਤਮਾ ਵਾਹਿਗੁਰੂ ਮਨ ਤੇ ਨਾ ਵਿਸਰੇ। ਉਹਦਾ ਸਬੂਤ ਹੈ ਕਿ ਸਾਡੇ ਜੀਵਨ ਦੇ ਵਿੱਚੋਂ ਉਹ ਪ੍ਰਭੂ ਸਿਮਰਨ ਪ੍ਰਗਟ ਹੋਣਾ ਚਾਹੀਦਾ। ਮਨ ਕਰਕੇ ਫਰਕਾ ਬੁਰਾ ਨਾ ਰੱਖੋ ਚੀਜ਼, ਬਚਨਾ ਕਰਕੇ ਗੰਢ ਪ੍ਰੀਤੀ ਮਿੱਠੇ ਬੋਲ, ਟੁੱਟ ਪ੍ਰੀਤ ਗਈ ਬੁਰ ਬੋਲ, ਬੁਰੇ ਬੋਲਣ ਦੇ ਨਾਲ ਪ੍ਰੀਤ ਨਾ। ਕਰਮਾ ਕਰਕੇ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛਤਾਈਏ। ਸੋ ਹਰ ਵੇਲੇ ਸਵਾਸ ਸਿਮਰਨ ਦਾ ਮਤਲਬ ਗੁਰ ਉਪਦੇਸ਼ ਤੇ ਪ੍ਰਮਾਤਮਾ ਦੀ ਯਾਦ ਔਰ ਨੇਕ ਕਰਮ ਸਾਡੇ ਜੀਵਨ ਦੇ ਰਾਹੀਂ ਪ੍ਰਗਟ ਹੁੰਦੇ ਰਹਿਣ। ਇਹਨੂੰ ਅਸੀਂ ਪ੍ਰਭੂ ਸਿਮਰਨ ਜਾਂ ਪ੍ਰਭੂ ਦੀ ਸਿਫਤ ਸਲਾਹ ਕਹਿ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪ੍ਰਿੰਸੀਪਲ ਸਾਹਿਬ ਨੇ ਬੜਾ ਅੱਛਾ ਉੱਤਰ ਦਿੱਤਾ ਹੈ। ਉਮੀਦ ਹੈ ਜਿਨ੍ਹਾਂ ਨੇ ਕੁਐਸਚਨ ਕੀਤਾ ਤਸੱਲੀ ਹੋ ਜਾਏਗੀ। ਉਹਨਾਂ ਨੇ ਵੈਸੇ ਇੱਕ ਸਬ ਕੁਐਸਚਨ ਹੋਰ ਪਾਇਆ ਜਿਹੜਾ ਆਲਰੇਡੀ ਕਵਰ ਤਾਂ ਹੋ ਚੁੱਕਾ ਹੈ, ਫਿਰ ਮੈਂ ਪੜ੍ਹ ਦੇਣਾ। ਅਸਲ ਵਿੱਚ ਪ੍ਰਭੂ ਦੀ ਸਿਫਤ ਸਲਾਹ ਕੀ ਹੈ? ਹਾਲਾਂਕਿ ਕਵਰ ਤੇ ਹੋ ਗਿਆ, ਪਰ ਉਹਨਾਂ ਨੇ ਇੱਕ ਸਬ ਕੁਐਸਚਨ ਬਣਾਇਆ ਹੈ, ਇਸ ਲਈ ਮੈਂ ਦੱਸਣਾ ਫਰਜ਼ ਸਮਝਦਾ। ਹਾਂਜੀ ਪ੍ਰਿੰਸੀਪਲ ਸਾਹਿਬ। ਹਾਂਜੀ ਫਿਰ ਬੋਲਿਓ ਜੀ। ਵਿੱਚ ਇੱਕ ਹੋਰ ਕੁਐਸਚਨ ਬਣਾਇਆ ਵੀ ਅਸਲ ਵਿੱਚ ਪ੍ਰਭੂ ਦੀ ਸਿਫਤ ਸਲਾਹ ਕੀ ਹੈ? ਭਾਵੇਂ ਮੇਰੇ ਸਾਹਮਣੇ ਕਵਰ ਤੇ ਹੋ ਗਿਆ, ਪਰ ਫਿਰ ਤੁਸੀਂ ਸ਼ਾਰਟ ਜਿਹਾ ਦੱਸ ਦਿਓ। ਅਸਲ ਵਿੱਚ ਇਹੀ ਹੈ ਵੀ ਸਾਨੂੰ ਉੱਠਦਿਆਂ ਬਹਿੰਦਿਆਂ ਸੌਂਦਿਆਂ ਬਹਿੰਦਿਆਂ ਜਦੋਂ ਅਸੀਂ ਕੱਪੜੇ ਨੇ ਪਹਿਨਣੇ ਨੇ ਤਾਂ ਵੀ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਆ ਜਾਵੇ ਬਾਬਾ, ਹੋਰ ਪਹਿਨਣਾ ਖੁਸ਼ੀ ਖੁਆਰ। ਜਦੋਂ ਅਸੀਂ ਖਾਣਾ ਹੈ ਉਸ ਵੇਲੇ ਚੇਤਾ ਹੋਵੇ ਬਾਬਾ, ਹੋਰ ਖਾਣਾ ਖੁਸ਼ੀ ਖੁਆਰ। ਜਿਤ ਖਾਧੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਐਸਾ ਕੰਮ ਮੂਲੇ ਨਾ ਕੀਚੇ, ਜਾਂ ਜਿਤ ਪੀਤੇ ਮਤ ਦੂਰ ਹੋਏ। ਪੀਣ ਵੇਲੇ ਵੀ ਸਾਨੂੰ ਪ੍ਰਮਾਤਮਾ ਚੇਤਾ ਆਵੇ, ਕੰਮ ਕਰਨ ਵੇਲੇ ਵੀ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਉਹਦੇ ਸਾਡਾ ਲੋਭ ਲਾਲਚ ਨਾ ਹੋਵੇ, ਵੱਢੀ ਲੈਣ ਦੀ ਸਾਡੀ ਖੁਆਇਸ਼ ਨਾ ਹੋਵੇ। ਉਸ ਵੇਲੇ ਸਾਨੂੰ ਚੇਤਾ ਹੋਵੇ ਸਾਡੇ ਗੁਰੂ ਨੇ ਇਸ ਕੰਮ ਤੋਂ ਰੋਕਿਆ ਤੇ ਪ੍ਰਮਾਤਮਾ ਵਾਹਿਗੁਰੂ ਸਦ ਸੁਣਦਾ, ਸਦ ਵੇਖਦਾ, ਸ਼ਬਦ ਰੇ ਭਰਪੂਰ ਉਹ ਸਦਾ ਅੰਗ ਸੰਗੇ ਆ ਸਾਡੇ। ਇਸ ਲਈ ਉਹ ਤੋਂ ਡਰ ਕੇ ਉਹਦਾ ਨਿਰਮਲ ਭਾਵ ਮਨ ਵਿੱਚ ਰੱਖ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ। ਅਸਲ ਵਿੱਚ ਗੁਰਬਾਣੀ ਦਾ ਅਸਲੀ ਸਿਮਰਨ ਇਹੀ ਹੈ ਮੇਰੇ ਖਿਆਲ ਦੇ ਮੁਤਾਬਕ। ਬਾਕੀ ਹੋਰ ਕੋਈ ਵਿਸਤਾਰ ਨਾਲ ਦੱਸ ਸਕਦਾ ਮੈਂ ਧੰਨਵਾਦੀ ਹੋਵਾਂਗਾ। ਤੇ ਠੀਕ ਹੈ ਜੀ, ਬਹੁਤ ਵਧੀਆ ਤੁਸੀਂ ਦੱਸਿਆ। ਅਗਲਾ ਕੁਐਸਚਨ ਜਿਹੜਾ ਹੈ ਉਹ ਮੈਂ ਬੇਨਤੀ ਕਰਾਂਗਾ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਲੁਧਿਆਣੇ ਵਾਲੇ। ਸਤ ਸੰਗਤ ਤੇ ਸਾਧ ਸੰਗਤ ਵਿੱਚ ਕੀ ਅੰਤਰ ਹੈ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਸਤ ਸੰਗਤ, ਸੰਗਤ ਦਾ ਅਰਥ ਹੁੰਦਾ ਸੰਗ ਕਰਨਾ, ਤੇ ਸਤ ਦਾ ਮਤਲਬ ਹੈ ਸੱਚ ਦੀ ਸੰਗਤ ਕਰਨਾ, ਸੱਚ ਤੇ ਆਧਾਰਿਤ ਆਪਣੇ ਜੀਵਨ ਦੇ ਵਿੱਚ ਸੰਗਤ ਕਰਨੀ। ਤੇ ਸਾਧ ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਗੁਰੂ ਵਾਸਤੇ ਸ਼ਬਦ ਆਇਆ ਹੈਗਾ। ਜਿਵੇਂ ਅਸੀਂ ਪੜ੍ਹਦੇ ਹਾਂ ਸਤਿਗੁਰ ਸਾਧ ਨਾ ਸੇਵਿਆ ਹਰ ਭਗਤ ਨਾ ਪਾਈ, ਜਾਂ ਅਸੀਂ ਕਹਿੰਦੇ ਹਾਂ ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਆ ਗੁਣੀ ਨਿਧਾਨ। ਸਾਧ ਸੰਗਤ ਦਾ ਭਾਵ ਗੁਰੂ ਦੀ ਸੰਗਤ। ਅਕਸਰ ਇੱਕ ਸਾਡੇ 'ਚ ਇੱਕ ਲਫ਼ਜ਼ ਵਰਤਿਆ ਜਾਂਦਾ ਵੀ ਗੁਰੂ 20 ਵਿਸਵੇ ਤੇ ਸੰਗਤ 21 ਵਿਸਵੇ ਹੈ। ਇਹ ਗਲਤ ਹੈਗਾ ਵੈ, ਇਸ ਤਰ੍ਹਾਂ ਨਹੀਂ ਹੈ। ਸਾਧ ਸੰਗਤ 21 ਵਿਸਵੇ ਹੈ, ਭਾਵ 20 ਵਿਸਵੇ ਸਾਧ ਹੈਗਾ, ਉਸ ਗੁਰੂ ਦੀ ਸੰਗਤ ਕਰਨ ਵਾਲਾ ਗੁਰਸਿੱਖ ਉਹਦੇ ਨਾਲ ਜੁੜਿਆ ਹੋਇਆ ਇੱਕ ਹੀ ਹੈਗਾ। ਸਾਧ ਸੰਗਤ ਦਾ ਇੱਥੇ ਮਤਲਬ ਸਿਰਫ ਗੁਰੂ ਦੀ ਸੰਗਤ। ਤੇ ਜਿੱਥੇ ਚਾਰ ਗੁਰਮੁਖ ਇਕੱਠੇ ਬੈਠ ਕੇ ਸੱਚ ਦੀ ਵਿਚਾਰ ਕਰ ਰਹੇ ਨੇ ਉਹਨੂੰ ਅਸੀਂ ਸਤ ਸੰਗਤ ਕਹਿ ਸਕਦੇ ਹਾਂ। ਦੂਜੇ ਸ਼ਬਦਾਂ 'ਚ ਕਹਿ ਲਓ ਵੀ ਜਿੱਥੇ ਸੱਚ ਹੈ ਤੇ ਜਿੱਥੇ ਗੁਰੂ ਸ਼ਬਦ ਦੀ ਵਿਚਾਰ ਹੈ ਉਹਨੂੰ ਭਾਵੇਂ ਤੁਸੀਂ ਸਾਧ ਸੰਗਤ ਕਹਿ ਲਓ, ਭਾਵੇਂ ਸਤ ਸੰਗਤ ਕਹਿ ਲਓ, ਉਹ ਪ੍ਰਵਾਨ ਹੈਗੀ ਹੈ। ਕਿਉਂਕਿ ਸਾਧ ਗੁਰੂ ਵੀ ਸੱਚ ਹੀ ਹੈਗਾ, ਤੇ ਸੱਚ ਜਿਹੜਾ ਉਹ ਸਾਡਾ ਗਿਆਨ ਉਹ ਵੀ ਗੁਰੂ ਹੀ ਹੈ। ਇਸ ਕਰਕੇ ਸਤ ਸੰਗਤ ਸਾਧ ਸੰਗਤ ਵਿੱਚ ਕੋਈ ਬਹੁਤਾ ਫਰਕ ਨਹੀਂ ਹੈਗਾ। ਸੱਚ ਦੀ ਸੰਗਤ। ਸ਼ੁਕਰੀਆ ਜੀ। ਇਹ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨਾਨਕਪੁਰ ਸਾਹਿਬ ਵਾਲਿਆਂ ਨੂੰ ਬੇਨਤੀ ਹੈ ਵੀ ਅਗਲਾ ਸਵਾਲ ਹੈ ਕਿ ਜੋ ਹੋ ਰਿਹਾ ਹੈ ਜਾਂ ਇਨਸਾਨ ਕਰ ਰਿਹਾ ਉਹ ਅਕਾਲ ਪੁਰਖ ਆਪ ਕਰਵਾ ਰਹੇ ਹਨ, ਭਾਵੇਂ ਉਹ ਗੁਰਬਾਣੀ ਅਨੁਸਾਰ ਕਰ ਰਿਹਾ ਹੋਵੇ ਜਾਂ ਵਿਪਰੀਤ ਕਰ ਰਿਹਾ ਹੋਵੇ। ਕੀ ਅਜਿਹੀਆਂ ਕਿਰਿਆਵਾਂ ਨਾਲ ਵਿਪਰੀਤ ਕਿਰਿਆਵਾਂ ਇਹ ਮਨੁੱਖ ਦੋਸ਼ੀ ਹੈ ਕਿ ਨਹੀਂ?
ਇਹ ਕੁਐਸਚਨ ਭੇਜਿਆ ਸੀ। ਇਹ ਖਿਮਾ ਬੇਨਤੀ ਕਰਨਾ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ, ਇੱਥੇ ਥੋੜਾ ਜਿਹਾ ਚਾਨਣ ਪਾਓ। ਗੁਰੂ ਸਾਹਿਬ ਨੇ ਬਚਨ ਕੀਤਾ ਜੀ, ਨਿੰਦੋ ਨਾਹੀ ਖਾਹੋਂ ਬਤੈ, ਇਹ ਖਸਮ ਕਾ ਕੀਆ। ਇਹ ਜੋ ਕੁਝ ਹੋ ਰਿਹਾ ਕੀਤਾ ਤਾਂ ਖਸਮ ਦਾ ਹੀ ਹੈ, ਪਰ ਕਿਉਂਕਿ ਸਾਨੂੰ ਮਨੁੱਖ ਹੋਣ ਦੇ ਨਾਤੇ ਵਿਸ਼ੇਸ਼ ਸੋਝੀ ਅਕਾਲ ਪੁਰਖ ਦੇ ਨੇ ਦਿੱਤੀ ਹੋਈ ਹੈ ਨਿਰਣਾ ਕਰਨ ਦੇ ਵਾਸਤੇ, ਇੱਕ ਜਿਹੜੀ ਜੁਗਤੀ ਸੁਰਤੀ ਦੀ ਦੱਸੀ ਹੋਈ ਹੈ, ਉਹਦੇ ਕਰਕੇ ਜਦੋਂ ਅਸੀਂ ਉਸ ਸੁਰਤੀ ਨੂੰ ਨਹੀਂ ਵਰਤਦੇ ਤੇ ਉਸ ਵੇਲੇ ਅਸੀਂ ਦੋਸ਼ੀ ਬਣ ਜਾਂਦੇ ਹਾਂ। ਕਿ ਉਸ ਤਰੀਕੇ ਦੇ ਨਾਲ ਅਸੀਂ ਉਹਦੇ ਵਿੱਚ ਦੋਸ਼ੀ ਬਣ ਕਰਕੇ ਫਿਰ ਆਪਣਾ ਕੀਆ ਦੋਸ਼ ਕਰਮਾ ਆਪਣੇ ਵਾਲੀ ਗੱਲ ਹੋ ਜਾਂਦੀ। ਇਸ ਤੋਂ ਬਾਅਦ ਹੋਰ ਕਾਫੀ ਕੁਝ ਕਿਹਾ ਜਾ ਸਕਦਾ ਹੈ, ਪਰ ਹੁਣ ਇਹ ਜਿਹੜਾ ਟਾਈਮ ਤੁਸੀਂ ਨਿਯਤ ਕੀਤਾ ਹੋਇਆ, ਜਾਂ ਤਾਂ ਇੱਕ ਸਵਾਲ ਕਮ ਸੇ ਕਮ 15-20 ਮਿੰਟ ਵਾਸਤੇ ਹੋਵੇ। ਨਾਲੇ ਇਹ ਸਵਾਲ ਜਿਹੜਾ ਨਾ ਜੀ ਸਾਡੇ ਕੋਲ 2 ਦਿਨ ਪਹਿਲਾਂ ਪਹੁੰਚ ਜਾਣੇ ਚਾਹੀਦੇ, ਤਾਂ ਕਿ ਮੁਕੰਮਲ ਤਿਆਰੀ ਕਰਕੇ ਸਿੱਖ ਸੰਗਤ ਦੇ ਸਾਹਮਣੇ ਆਇਆ ਜਾਵੇ। ਤੇ ਕਰਨ ਕਾਰਨ ਤੇ ਸਮਰੱਥ ਅਕਾਲ ਪੁਰਖ ਹੀ ਹੈ, ਉਹਦੇ ਭਾਣੇ ਵਿੱਚ ਸਾਰਾ ਹੋ ਰਿਹਾ ਹੈ। ਪਰ ਉਹਦੇ ਭਾਣੇ ਦੇ ਵਿੱਚ ਹੁੰਦਿਆਂ ਹੋਇਆਂ ਵੀ ਜਿਹੜੀ ਪਹਿਚਾਣ ਹੈ ਉਹ ਮਨੁੱਖ ਨੂੰ ਮਨੁੱਖ ਹੋਣ ਦੇ ਨਾਤੇ ਪਰਮੇਸ਼ਰ ਨੇ ਸੁਰਤ ਵਿੱਚ ਦਿੱਤੀ ਹੋਈ ਹੈ। ਸੁਰਤ ਨੂੰ ਵਰਤ ਕੇ ਅਸੀਂ ਉਹਦੇ ਤੋਂ ਬਚ ਵੀ ਸਕਦੇ ਹਾਂ ਤੇ ਉਹਦੇ ਵਿੱਚ ਉਲਝ ਵੀ ਸਕਦੇ ਹਾਂ। ਜਦੋਂ ਉਲਝ ਜਾਂਦੇ ਹਾਂ ਦੋਸ਼ੀ ਬਣ ਜਾਂਦੇ ਹਾਂ, ਤੇ ਜਦੋਂ ਪਰਮੇਸ਼ਰ ਪਰਾਇਣ ਰਹਿੰਦੇ ਹਾਂ ਉਸ ਵੇਲੇ ਉਸ ਦੋਸ਼ ਤੋਂ ਬਚ ਜਾਂਦੇ। ਠੀਕ ਹੈ ਜੀ, ਧੰਨਵਾਦ। ਬਹੁਤ ਅੱਛਾ ਇਹਨਾਂ ਨੇ ਜਵਾਬ ਦਿੱਤਾ। ਔਰ ਇਹ ਸਵਾਲ ਵੀ ਐਸਾ ਹੈ ਕਿ ਆਮ ਲੋਕੀ ਮੇਰੇ ਵਰਗੇ ਨੇ ਅਗਰ ਕੋਈ ਆਪਣੀ ਗੱਲ ਕਰਾਣੀ ਤਾਂ ਇਹਦਾ ਦੋਸ਼ ਜਿਹੜਾ ਕਿ ਇਹ ਤੇ ਰੱਬ ਕਰਾ ਰਿਹਾ ਜੀ। ਸੋ ਇਹ ਗੱਲ ਜਿਹੜੀ ਆਮ ਫੈਨੋਮਨਾ ਚੱਲਦਾ ਹੈ, ਇਹਦੇ ਬਾਰੇ ਬੜਾ ਸਾਨੂੰ ਕਲੀਅਰ ਹੋਣਾ ਚਾਹੀਦਾ। ਜਿਵੇਂ ਗਿਆਨੀ ਜੀ ਨੇ ਦੱਸਿਆ ਕਿ ਵਾਹਿਗੁਰੂ ਜੀ ਨੇ ਸਾਨੂੰ ਵਿਵੇਕ ਬੁੱਧੀ ਦਿੱਤੀ ਹੈ, ਹਰ ਕੰਮ ਸੋਚ ਸਮਝ ਕੇ ਕਰੀਏ। ਕੋਈ ਮਾੜੀ ਚੀਜ਼ ਹੋਵੇ ਤੇ ਅਸੀਂ ਉਹਨੂੰ ਖਾਂਦੇ ਨਹੀਂ, ਉੱਥੇ ਸਾਡਾ ਦਿਮਾਗ ਕੰਮ ਕਰ ਜਾਂਦਾ। ਪਰ ਜੇ ਮਾੜਾ ਕੰਮ ਕਰਨਾ ਹੋਵੇ ਉੱਥੇ ਵੀ ਕਰਨਾ ਚਾਹੀਦਾ। ਇਸ ਲਈ ਜੇ ਮਾੜੇ ਕੰਮ ਕਰਨ ਲਈ ਅਸੀਂ ਜ਼ਰੂਰ ਦੋਸ਼ੀ ਹੈਗੇ। ਵੀਰ ਜੀ ਨੇ ਦੱਸਿਆ, ਧੰਨਵਾਦ। ਇੱਕ ਸਵਾਲ ਅਗਲਾ ਜਿਹੜਾ ਉਹ ਮੈਂ MP ਸਿੰਘ ਜੀ ਨੂੰ ਬੇਨਤੀ ਕਰਾਂਗਾ, ਦਾਸਾਂ ਦੇ ਦਾਸ ਹੋਣ ਦਾ ਕੀ ਭਾਵ ਹੈ ਗੁਰਬਾਣੀ ਅਨੁਸਾਰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਦਾਸ ਲਫ਼ਜ਼ ਦਾ ਵੈਸੇ ਆਖਰੀ ਅਰਥ ਤਾਂ ਇਹ ਹੈ ਸੇਵਕ। ਆਮ ਤੌਰ ਤੇ ਦਾਸ ਨੂੰ ਗੁਲਾਮ ਦੇ ਸਮਰਥਕ ਅਰਥਾਂ ਵਿੱਚ ਵੀ ਲਿਆ ਜਾਂਦਾ ਹੈਗਾ, ਜਿਹੜਾ ਬਿਨਾਂ ਕਿਸੇ ਉਜਰਤ ਦੇ ਬਿਨਾਂ ਕਿਸੇ ਸੈਲਰੀ ਦੇ ਕੰਮ ਕਰੇ, ਉਹਨੂੰ ਦਾਸ ਕਿਹਾ ਜਾਂਦਾ। ਗੁਲਾਮ ਦੇ ਸਮਰਥਕ ਲਫ਼ਜ਼ ਹੁੰਦਾ ਹੈ, ਪਰ ਗੁਰਬਾਣੀ ਦੇ ਅੰਦਰ ਇਹ ਦਾਸ ਪਤਾ ਨਿਮਰਤਾ ਵਾਸਤੇ, ਜਿਹੜਾ ਲਾਲਚ ਤੋਂ ਉੱਚਾ ਉੱਠ ਕੇ ਕੋਈ ਸੇਵਾ ਕਰਦਾ ਹੋਵੇ, ਉਹਦੇ ਵਾਸਤੇ ਲਫ਼ਜ਼ ਦਾਸ ਵਰਤਿਆ ਗਿਆ ਹੈ। ਤੋ ਇਹ ਅਤ ਦੀ ਨਿਮਰਤਾ ਵਾਸਤੇ ਹੀ ਗੁਰੂ ਸਾਹਿਬ ਨੇ ਕਿਧਰੇ ਨਾ ਕਿਧਰੇ ਇਹ ਲਫ਼ਜ਼ ਵਰਤੇ ਨੇ ਕਿ ਦਾਸਾਂ ਦਾ ਦਾਸ, ਜਾਂ ਇਸੇ ਸੈਂਸ ਦੇ ਵਿੱਚ ਹੋਰ ਵੀ ਕਈ ਲਫ਼ਜ਼ ਗੁਰਬਾਣੀ 'ਚ ਮਿਲਦੇ ਨੇ। ਤਾਂ ਉੱਥੇ ਭਾਵ ਕੋਈ ਗੁਲਾਮੀ ਦਾ ਉਂਝ ਨਹੀਂ ਹੈਗਾ ਜਿਵੇਂ ਦੁਨੀਆ ਦੇ ਅੰਦਰ ਕੋਈ ਗੁਲਾਮ ਪ੍ਰਥਾ ਚੱਲਦੀ ਰਹੀ ਹੈ। ਜਿਵੇਂ ਅਮਰੀਕਾ 'ਚ ਵੀ ਪਹਿਲਾਂ ਕਦੀ ਕਾਲੇ ਲੋਕਾਂ ਨੂੰ ਹਮੇਸ਼ਾ ਫਿਰ ਚਿੱਟਿਆਂ ਦੀ ਗੁਲਾਮੀ ਕਰਨੀ ਪੈਂਦੀ ਸੀ, ਉਹ ਸੈਂਸ ਨਹੀਂ ਹੈ। ਇੱਥੇ ਭਾਵ ਸਿਰਫ ਸੇਵਾ ਤੋਂ ਹੈ, ਔਰ ਗੁਰਬਾਣੀ ਅੰਦਰ ਜੋ ਇਹਦਾ ਇਸਤੇਮਾਲ ਕੀਤਾ ਗਿਆ ਹੈ ਉਹ ਨਿਮਰਤਾ ਦੀ ਭਾਵਨਾ ਦੇ ਨਾਲ ਕੀਤੀ ਹੋਈ ਸੇਵਾ ਵਾਸਤੇ ਹੀ ਕੀਤਾ ਗਿਆ। ਤੇ ਦਾਸ ਸੇਵਕ, ਦਾਸਾਂ ਦਾ ਦਾਸ ਜੋ ਸੇਵਕਾਂ ਦਾ ਵੀ ਸੇਵਕ, ਜੋ ਗੁਰੂ ਦੇ ਪਿਆਰਿਆਂ ਦਾ ਵੀ ਸੇਵਕ ਹੈ। ਠੀਕ ਹੈ ਜੀ, ਇਹ ਦਾਸਨ ਦਾਸ ਸੇਵਕ ਲਈ ਹੈ, ਨਿਮਰਤਾ ਲਈ ਹੈ। ਤੋ ਇਹ ਤਿੰਨੇ ਕੁਐਸਚਨ ਜਿਹੜੇ ਆਪਾਂ ਹੁਣ ਡਿਸਕਸ ਕਰ ਚੁੱਕੇ ਹਾਂ, ਇਹ ਭੈਣ ਜੀ ਕੁਲਜੀਤ ਕੌਰ ਵੱਲੋਂ ਸਨ। ਅਗਲਾ ਜਿਹੜਾ ਕੁਐਸਚਨ ਹੈ ਉਹ ਆਪਣਾ ਬੀਬੀ ਮਨੀਤ ਕੌਰ, ਉਹਨਾਂ ਦਾ ਕੁਐਸਚਨ ਹੈ ਕਿ ਜੇ ਕੋ ਮਨ ਜਾਣੇ ਮਨ ਕੋਏ। ਇਹ ਕੁਐਸਚਨ ਇਹਨਾਂ ਕੋਲ ਹੋਣਾ। ਮੈਂ ਬੇਨਤੀ ਕਰਾਂਗਾ ਜਿਹੜੇ ਪੈਨਲ ਤੇ ਨੇ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ, ਜੇ ਕੋ ਮਨ ਜਾਣੇ ਮਨ ਕੋਏ। ਤੇ ਦੂਸਰਾ ਇਹਦਾ ਕਿਰਪਾ ਕਰਕੇ ਉਹਨਾਂ ਪੁੱਛਿਆ ਵੀ ਮਨ ਤੇ ਮਨ, ਪਹਿਲਾ ਮਨ ਜਿਹੜਾ ਟਿੱਪੀ ਵਾਲਾ ਤੇ ਦੂਸਰਾ ਸਿਰਫ ਸਿਹਾਰੀ ਵਾਲਾ, ਇਹਨਾਂ ਦਾ ਅੰਤਰ ਕੀ ਹੈ? ਇਹਨਾਂ ਦਾ ਅੰਤਰ ਹੈ ਜੀ, ਜਿਹੜਾ ਪਹਿਲਾ ਮਨ ਹੈ ਮੰਮੇ ਨੂੰ ਟਿੱਪੀ ਤੇ ਨੰਨੇ ਨੂੰ ਸਿਹਾਰੀ ਹੈ, ਤੇ ਦੂਸਰਾ ਮੰਮਾ ਨੰਨੇ ਨੂੰ ਸਿਹਾਰੀ ਹੈ। ਇੱਥੇ ਮੰਨਣ ਦੀ ਗੱਲ ਹੈ, ਜੇ ਕੋ ਮਨ ਜਾਣੇ ਮਨ ਕੋਏ, ਨਿਸ਼ਚੇ ਕਰਕੇ ਸ਼ਰਧਾ ਦੇ ਨਾਲ ਪ੍ਰਵਾਨ ਕਰਨਾ, ਨਿਸ਼ਚੇ ਕਰਕੇ ਸ਼ਰਧਾ ਦੇ ਨਾਲ ਮੰਨ ਲੈਣਾ। ਇਸ ਸ਼ਬਦ ਦਾ ਅਰਥ ਇਹ ਹੈ
ਮੰਮੇ ਨੇ ਟਿੱਪੀ ਤੇ ਨੰਨੇ ਸਿਆਰੀ। ਮਨ ਕੋਏ, ਕੋਈ ਦਾ ਅਰਥ ਤਾਂ ਵਿਅਕਤੀਵਾਚਕ ਹੀ ਹੈ, ਪਰ ਇਹ ਮੰਨ ਕੇ ਇੱਥੇ ਸੰਬੰਧਵਾਚਕ ਹੋ ਜਾਣੀ ਹੈ ਸਿਆਰੀ। ਤੇ ਮਨ ਦੇ ਵਿੱਚ ਮਨ ਕਰਕੇ ਨਿਸ਼ਚੇ ਦੇ ਨਾਲ ਜਿਹੜਾ ਕੋਈ ਇਸ ਨੂੰ ਮੰਨ ਲੈਂਦਾ ਹੈ, ਉਹੀ ਪਹਿਲੀਆਂ ਤੁਕਾਂ ਜਿਹੜੀਆਂ ਨੇ ਉਹਨਾਂ ਨਾਲ ਰਲਾ ਕੇ ਸਾਰੀਆਂ ਤੁਕਾਂ ਜਿਹੜੀਆਂ ਉਹਨਾਂ ਦੇ ਉੱਤੇ ਲਾਗੂ ਹੁੰਦਾ ਹੈ। ਜੇ ਕੋ ਮੰਨ ਜਾਣੇ ਮਨ ਕੋਏ, ਜੋ ਕੁਝ ਪਹਿਲੀਆਂ ਤੁਕਾਂ ਦੇ ਵਿੱਚ ਕਿਹਾ ਗਿਆ ਹੈ ਉਹਨੂੰ ਮੰਨ ਕਰਕੇ ਜੇ ਕੋਈ ਮੰਨ ਲਵੇ, ਮਨ ਦੇ ਵਿੱਚ ਮੰਨ ਲਵੇ, ਤਾਂ ਉਹ ਐਸਾ ਨਾਮ ਨਿਰੰਜਨ ਹੋਏ। ਉਹ ਨਾਮ ਦੇ ਨਾਲ ਇਕਮਿਕ ਹੋ ਸਕਦਾ ਹੈ। ਜਿਹੜਾ ਇਸ ਤਰ੍ਹਾਂ ਦੇ ਗੁਣਾਂ ਦਾ ਨਿਰੰਜਨ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਨਾਮ ਦੀ ਇਹ ਵਿਸ਼ੇਸ਼ਤਾ ਹੈ। ਹਾਂਜੀ ਮਨੀਤ ਕੌਰ ਜੀ, ਆਈ ਹੋਪ ਕਿ ਤੁਹਾਨੂੰ ਸੁਣ ਰਿਹਾ ਔਰ ਤੁਸੀਂ ਇਹਨੂੰ ਜੇ ਤੁਹਾਡਾ ਕੋਈ ਅਜੇ ਵੀ ਡਾਊਟ ਹੈ ਤੇ ਪੁੱਛ ਸਕਦੇ ਹੋ। ਮਨੀਤ ਕੌਰ ਜੀ ਸਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ ਸਰ, ਸੁਣ ਰਿਹਾ ਜੀ, ਕਲੀਅਰ ਹੋ ਰਿਹਾ ਪਲੀਜ਼। ਠੀਕ ਹੈ, ਕਲੀਅਰ ਹੈ? ਹਾਂਜੀ ਹਾਂਜੀ ਕਲੀਅਰ ਹੋ ਰਿਹਾ ਹੈ। ਸ਼ੁਕਰੀਆ। ਜਿਹੜਾ ਸਵਾਲ ਇਹਨਾਂ ਦਾ ਹੈ ਜੀ, ਸਹਿਜ 18 ਕਹਿਣ ਕਿਤਾਬਾਂ ਅਸਲੀ ਕਿਤਾਬ, ਇਹ ਮੈਂ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਲੁਧਿਆਣੇ ਵਾਲਿਆਂ ਨੂੰ ਬੇਨਤੀ ਕਰਾਂਗਾ ਵੀ ਇੱਥੇ ਚਾਨਣਾ ਪਾਉਣ। ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣੇ ਵਾਲੇ। ਹਾਂਜੀ ਹਾਂਜੀ ਭਾਈ ਸਾਹਿਬ ਜੀ, ਇਹ ਜਿਹੜਾ ਸ਼ਬਦ ਹੈਗਾ ਹੈ, ਇਹ ਵਿਦਵਾਨਾਂ ਵੱਲੋਂ ਅਰਬੀ ਦਾ ਸ਼ਬਦ ਮੰਨਿਆ ਜਾਂਦਾ ਹੈ, ਜਿਹਦਾ ਅਰਥ ਹੈ ਮੁੱਢ। ਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਤੇ ਇਹਨੂੰ ਇਸ ਤਰ੍ਹਾਂ ਦੱਸਿਆ ਹੈ ਕਿ ਸੱਸੇ ਦੀ ਔਂਕੜ ਜਿਹੜੀ ਹੈ, ਜਿਹੜਾ ਸ਼ਾਹਮੁਖੀ ਦੇ ਵਿੱਚ ਸਵਾਦ ਲਫ਼ਜ਼ ਆਉਂਦਾ ਹੈ, ਉਹਦੇ ਰੂਪ ਨੂੰ ਦੱਸਣ ਵਾਸਤੇ ਕਿ ਸੱਸਾ ਸਵਾਦ ਵਾਲਾ ਹੈ। ਪਰ ਜਿਹੜੇ ਅਜੋਕੇ ਵਿਦਵਾਨ ਨੇ ਉਹ ਸੱਸੇ ਦੀ ਔਂਕੜ ਦਾ ਉਚਾਰਨ ਕਰਦੇ ਨੇ ਅਸੂਲੂ ਇਕਤਾਤ, ਕਿ ਇਸ ਦਾ ਉਚਾਰਨ ਇਸ ਤਰ੍ਹਾਂ ਹੋਣਾ ਚਾਹੀਦਾ ਹੈਗਾ। ਹਾਂਜੀ ਹਾਂਜੀ ਠੀਕ ਹੈ ਜੀ। ਮਨੀਤ ਕੌਰ ਜੀ, ਕਿਸ ਤਰ੍ਹਾਂ ਉਚਾਰਨ ਕਰਨਾ ਇਹਦਾ? ਇਹਦਾ ਜਿਹੜੇ ਅਜੋਕੇ ਵਿਦਵਾਨ ਨੇ ਉਹ ਸੱਸੇ ਦੀ ਔਂਕੜ ਦਾ ਉਚਾਰਨ ਕਰਦੇ ਨੇ ਅਸੂਲੂ। ਸੱਸੇ ਦੀ ਔਂਕੜ ਛੋਟੇ ਉਕੀ ਮਾਤਰਾ, ਸੱਸੇ ਦੀ ਔਂਕੜ ਸੁ, ਫਿਰ ਲੂ, ਅਸੂਲੂ ਇਕਤਾਤ। ਪਰ ਪ੍ਰੋਫੈਸਰ ਸਾਹਿਬ ਸਿੰਘ ਜੀ ਜਿਹੜੇ ਨੇ, ਜਿਨ੍ਹਾਂ ਨੇ ਦਰਪਣ ਟੀਕਾ ਲਿਖਿਆ ਵਾ, ਉਹਨਾਂ ਦਾ ਮੰਨਣਾ ਵੀ ਸੱਸੇ ਦੀ ਔਂਕੜ ਸਿਰਫ ਸਵਾਦ ਅੱਖਰ ਦੱਸਣ ਵਾਸਤੇ ਹੈ, ਜਿਹੜਾ ਸ਼ਾਹਮੁਖੀ ਦੇ ਵਿੱਚ ਹੈ। ਪਰ ਸਾਡੇ ਜਿਹੜੇ ਅਜੋਕੇ ਵਿਦਵਾਨ ਨੇ ਉਹ ਸੱਸੇ ਦੀ ਔਂਕੜ ਦਾ ਉਚਾਰਨ ਕਰਦੇ ਹਨ ਅਸੂਲੂ ਇਕਤਾਤ। ਇਸ ਤਰ੍ਹਾਂ ਉਚਾਰਨ ਦਾ ਕੀਤਾ ਜਾਂਦਾ ਹੈ। ਸਹਿਸ 18 ਕਹਿਣ ਕਤੀਬਾਂ ਅਸੂਲੂ ਇਕਤਾਤ। ਹਾਂਜੀ ਠੀਕ ਹੈ ਵੀਰ ਜੀ, ਠੀਕ ਹੈ ਜੀ, ਧੰਨਵਾਦ ਜੀ, ਧੰਨਵਾਦ ਜੀ ਬਹੁਤ ਬਹੁਤ। ਅਗਲੇ ਕੁਐਸਚਨ ਹੈ ਜੀ ਸਰ ਗੁਰਮੀਤ ਸਿੰਘ ਜੀ ਵੱਲੋਂ ਨੇ। ਪਹਿਲਾ ਕੁਐਸਚਨ ਹੈ, ਅੰਮ੍ਰਿਤ ਸ਼ਬਦ ਨੂੰ ਹਮੇਸ਼ਾ ਅੰਮ੍ਰਿਤ ਕਰਕੇ ਹੀ ਉਚਾਰਨ ਕੀਤਾ ਜਾਂਦਾ ਹੈ, ਇਸ ਦੀ ਸਿਹਾਰੀ ਦੀ ਵਰਤੋਂ ਕਿਉਂ ਨਹੀਂ ਹੁੰਦੀ? MP ਸਿੰਘ ਜੀ ਜ਼ਰਾ ਕਿਰਪਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਹਾਰੀ ਲੱਗੀ ਹੋਈ ਹੈ, ਔਰ ਜਿਸ ਤਰ੍ਹਾਂ ਕਿ ਨਿਯਮ ਹੈ ਕਿ ਜਦੋਂ ਪੈਰੀ ਰਾਰਾ ਹੋਵੇ ਤਾਂ ਉਹ ਸਿਹਾਰੀ ਵੀ ਰਾਰੇ ਦੇ ਨਾਲ ਉਚਾਰਨ ਕੀਤੀ ਜਾਏਗੀ, ਮੰਮੇ ਦੇ ਨਾਲ ਉਚਾਰਨ ਨਹੀਂ ਹੋਏਗੀ। ਤੇ ਇੱਥੇ ਵੀ ਉਹੀ ਸਿਸਟਮ ਲਾਗੂ ਹੋਣਾ ਚਾਹੀਦਾ ਹੈ। तो सिहारी साइलेंट नहीं रहेगी, उच्चारण की जाएगी तो उच्चारण अमृत होएगा, जो मैनू समझ आया है। मेरे ख्याल में अमृत नहीं बोलना चाहिए, अमृत ही बोलना चाहिए। और मीनिंग भी ता ही स्पष्ट होणगे जे अ जमा अमृत, आ मौत तो रहत, ये ता ही क्लीयर होंदे हैं जे अमृत उच्चारण किया जाए। और जो पैरी रारे अखर का होवे तो उसका नियम यही है कि अद्धे अखर दे नाल मात्रा लगती है, पूरे अखर दे नाल नहीं लगती। तो मम्मे नाल नहीं लगेगी, रारे नाल लगेगी। ठीक है जी, अमृत मृत्यु रहत, बिल्कुल ठीक है। बहुत आई होप के गुरमीत सिंह जी तुहाडी तसल्ली हो गई है। अगला क्वेश्चन है गुरमीत सिंह जी, बहुत सारे शब्द जिवें पप्पे नूं कन्ना ईड़ी पाए शब्द किसी चीज़ नूं पाउण लई ਅਤੇ कई जगह चरणा वास्ते वरते जाते। ये जिहड़ा क्वेश्चन है ये लई बेनती है ਗਿਆਨੀ ਅਮਰਤਪਾਲ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ। ਪੱਪੇ ਨੂੰ ਕਰਨਾ ਤੇ ਈੜੀ ਨੂੰ ਸਿਆਰੀ। ਜਿੱਥੇ ਪੈਰਾਂ ਵਾਸਤੇ ਆਇਆ ਉੱਥੇ ਪਾਏ ਬਣ ਜਾਣਾ, ਇਹਦੇ ਤੇ ਬਿੰਦੀ ਲੱਗ ਜਾਣੀ ਹੈ ਪਾਏ, ਤੇ ਜਿੱਥੇ ਪਾਉਣ ਵਾਸਤੇ ਆ ਉੱਥੇ ਪਾਏ ਰਹਿ ਜਾਣਾ। ਇਸੇ ਤਰ੍ਹਾਂ ਪਾਉ ਸ਼ਬਦ ਹੈ, ਪਾਉ ਸ਼ਬਦ ਵੀ ਜਿਹੜਾ ਉਹ ਪੈਰਾਂ ਵਾਸਤੇ ਵਰਤਿਆ ਜਾ ਰਿਹਾ, ਕਿਤੇ ਊੜੇ ਨਾਲ ਬਣ ਜਾਣਾ ਪਾਓ, ਪ੍ਰਾਪਤ ਕਰੋ। ਸੋ ਇਹ ਇਹਦਾ ਭੇਦ ਹੈਗਾ ਉਚਾਰਨ ਦਾ। ਇਹ ਅਰਥਾਂ ਦਾ ਭੇਦ ਜਿਹੜਾ ਉਹ ਸਮਝਣਾ ਪੈਣਾ ਵੀ ਤੁਕ ਕੀ ਕਹਿ ਰਹੀ ਹੈ।
ਤੁਕ ਦੇ ਮੁਤਾਬਕ ਇਹਨਾਂ ਸ਼ਬਦਾਂ ਦੇ ਉਚਾਰਨ ਹੋਣੇ ਆ ਤੇ ਅਰਥ ਲੱਗਣੇ। ਤੋ ਗੁਰਮੀਤ ਸਿੰਘ ਜੀ, ਜੇ ਤੁਸੀਂ ਸੁਣ ਰਹੇ ਹੋ ਤੇ ਕਿਰਪਾ ਕਰਕੇ ਦੱਸੋ ਵੀ ਤੁਹਾਡੀ ਤਸੱਲੀ ਹੋ ਗਈ ਹੈ। ਤਸੱਲੀ ਤਾਂ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਪਰ ਕਈ ਜਗ੍ਹਾ ਤੇ ਮੈਂ ਇੱਕ ਚੀਜ਼ ਦੇਖਦਾ, ਪਾਏ ਸ਼ਬਦ ਇੱਕ ਜਗ੍ਹਾ ਹੁੰਦਾ ਗੁਰਮੁਖ ਨਾਮ ਪਦਾਰਥ ਪਾਏ। ਕਈ ਜਗ੍ਹਾ ਪਾਏ ਸ਼ਬਦ ਨੂੰ ਹੋਰ ਤਰੀਕੇ ਦੇ ਨਾਲ ਵੀ ਵਰਤਿਆ ਜਾ ਰਿਹਾ ਹੈਗਾ, ਬਹੁਤ ਹੀ ਸਮਝ ਨਹੀਂ ਆ ਰਹੀ ਕਿਸ ਤਰ੍ਹਾਂ ਵੀ ਆਪਾਂ ਬੋਲਾਂਗੇ। ਤੇ ਗੌੜੀ ਗੁਰੇਰੀ ਮਹਿਲਾ ਪਹਿਲਾ 222 ਅੰਕ ਦੇ ਉੱਪਰ ਹਾਂਜੀ, ਉਹਦਾ ਉਚਾਰਨ ਕੀ? ਗੁਰਮੁਖ ਨਾਮ ਪਦਾਰਥ ਪਾਏ। ਉੱਥੇ ਇਹ ਪਾਈ ਬੋਲ- ਲਾਮ ਦੇ ਨਾਲ ਹੈ, ਉਹ ਲਾਮ ਦੇ ਨਾਲ ਹੈ। ਹਾਂਜੀ ਹਾਂਜੀ, ਉੱਥੇ ਪ੍ਰਾਪਤੀ ਹੈ, ਉੱਥੇ ਪ੍ਰਾਪਤੀ ਦਾ ਪ੍ਰਾਪਤੀ ਸੂਚਕ, ਵਾਸਤੇ। ਅੱਛਾ ਪ੍ਰਾਪਤੀ ਦਾ ਸੂਚਕ ਹੈ। ਉਹ ਪ੍ਰਾਪਤੀ ਵਾਸਤੇ ਹੈ ਨਾ, ਹਾਂਜੀ, ਉੱਥੇ ਪ੍ਰਾਪਤੀ ਵਾਸਤੇ। ਇੱਕ ਚਰਨ ਵਾਸਤੇ, ਇੱਕ ਹਾਂਜੀ। ਪਾਉਣ ਵਾਸਤੇ। ਹਾਂ, ਉੱਥੇ ਵੀ ਉਚਾਰਨ ਉਸ ਤਰ੍ਹਾਂ ਹੀ ਆਇਆ ਹੈ। ਉੱਥੇ ਪ੍ਰਾਪਤੀ ਵਾਸਤੇ। ਠੀਕ ਹੈ ਜੀ, ਧੰਨਵਾਦ ਜੀ। ਮਿਹਰਬਾਨੀ। ਹਾਂਜੀ, ਸਾਡੇ ਕੋਲ ਇਹੀ ਸਵਾਲ ਆਏ ਸਨ ਜੀ। ਇੱਕ ਸਵਾਲ ਤਾਂ ਨਹੀਂਗਾ, ਉਹ ਸੁਜੈਸ਼ਨ ਹੈ। ਪਰਮਪਾਲ ਸਿੰਘ ਜੀ ਫਰੈਜ਼ਨੋ ਤੋਂ ਉਹਨਾਂ ਨੂੰ ਬੇਨਤੀ ਹੈ ਵੀ ਉਹ ਜਿਹੜਾ ਬੜਾ ਅੱਛਾ ਕੰਮ ਕਰ ਰਹੇ ਨੇ ਕਈ ਸਾਲਾਂ ਤੋਂ ਕੈਲੀਫੋਰਨੀਆ 'ਚ, ਉਹਨਾਂ ਨੂੰ ਬੇਨਤੀ ਹੈ ਵੀ ਬਹੁਤ ਵਧੀਆ ਕੰਮ ਹੈ, ਤੁਸੀਂ ਇਹਨੂੰ ਜਾਰੀ ਰੱਖੋ ਔਰ ਹੋਰ ਬੇਸ਼ੱਕ ਇਸ ਕੰਮ ਨੂੰ, ਪ੍ਰਚਾਰ ਦੇ ਕੰਮ ਨੂੰ, ਗੁਰਬਾਣੀ ਦੇ ਪ੍ਰਚਾਰ ਨੂੰ ਵਧਾਉਣਾ ਚਾਹੀਦਾ ਜਿੰਨਾ ਹੋ ਸਕੇ। ਉਹਦੇ ਲਈ ਤੁਹਾਨੂੰ ਕੋਈ ਕਿਸੇ ਵੇਲੇ ਵੀ ਕੋਈ ਸਹਾਇਤਾ ਦੀ ਲੋੜ ਹੋਵੇ ਤਾਂ ਤੁਸੀਂ ਵੀਰ ਹਰਜੀਤ ਸਿੰਘ ਜੀ ਨੂੰ ਕੰਟੈਕਟ ਕਰ ਸਕਦੇ ਹੋ। ਲਿਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਤੋ ਸਾਧ ਸੰਗਤ ਜੀ, ਇਤਨੇ ਸਵਾਲ ਹੀ ਆਏ ਸਨ। ਤੋ ਜੇ ਕਿਸੇ ਕੋਲ ਕੋਈ ਹੋਰ, ਵੈਸੇ ਤਾਂ ਪਹਿਲੇ ਲਿਖ ਕੇ ਆਉਣ। ਹਾਂਜੀ ਗੁਰਮੀਤ ਸਿੰਘ ਜੀ ਦੱਸੋ। ਵਿੱਚ ਮੈਂ ਇੱਕ ਚੀਜ਼ ਪੁੱਛੀ ਸੀ ਵੀ ਇਹ ਜਿਹੜਾ ਆਏ ਸ਼ਬਦ ਜਾਂ ਜਿਹੜੇ ਜਿਸ ਤਰ੍ਹਾਂ ਦੂਸਰੇ ਵੀ ਸ਼ਬਦ ਜਾਏ ਸ਼ਬਦ, ਉਹ ਕੋਈ ਭਾਸ਼ਾ ਦਾ ਫਰਕ ਹੈ ਜਾਂ ਮਤਲਬ ਕੋਈ ਉਸ ਨੂੰ ਬਹੁਪੰਥੀ ਵਰਤਿਆ ਗਿਆ ਸ਼ਬਦ ਨੂੰ? ਮੈਂ ਇਹ ਪੁੱਛਿਆ ਸੀ। ਹਾਂਜੀ ਗਿਆਨੀ ਅਮਰਪਾਲ ਸਿੰਘ। ਹਾਂਜੀ, ਜਿੱਥੇ ਪਾਏ ਜਾਂ ਉੱਥੇ ਭਾਸ਼ਾ ਦਾ ਸ਼ਬਦ ਹੈ, ਉੱਥੇ ਭਾਸ਼ਾ ਦਾ ਮਸਲਾ ਹੈ ਜੀ। ਹਿੰਦੀ ਵਿੱਚ ਔਰ ਸੰਸਕ੍ਰਿਤ ਦੇ ਵਿੱਚ ਪੈਰਾਂ ਨੂੰ ਪਾਏ ਕਿਹਾ ਜਾਂਦਾ ਹੈ। ਅੱਛਾ ਜੀ, ਠੀਕ ਹੈ ਇਹ ਜੀ। ਪਾਏ ਤੇ ਲਾਂ ਨਾਲ ਤੇ ਪਾਏ ਸਿਆਰੇ ਨਾਲ ਜਿੱਥੇ ਪ੍ਰਾਪਤੀ ਹੈ, ਉੱਥੇ ਪ੍ਰਾਪਤੀ ਦੇ ਅਰਥ ਵਿੱਚ ਹੀ ਵਰਤਿਆ ਜਾਣਾ। ਉੱਥੇ ਪੰਜਾਬੀ ਦੀ ਅਰਥ। ਹਾਂਜੀ ਹਾਂਜੀ, ਠੀਕ ਹੈ। ਸੰਸਕ੍ਰਿਤ ਔਰ ਹਿੰਦੀ ਦੇ ਵਿੱਚ ਜਿਹੜੇ ਸ਼ਬਦ ਹੈਗੇ ਆ, ਉਹਨਾਂ ਦਾ ਜ਼ਰੂਰ ਧਿਆਨ ਰੱਖਿਆ ਜਾਣਾ। ਯਾਨੀ ਉਸੇ ਭਾਸ਼ਾ ਦੇ ਵਿੱਚ ਉਚਾਰਨਾ ਪੈ ਗਿਆ ਜਿਸ ਭਾਸ਼ਾ 'ਚ ਲਿਖਿਆ ਗਿਆ? ਨਹੀਂ, ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਹੈ, ਇਹ ਬੰਧਨ ਨਹੀਂ ਹੈਗਾ। ਕਿਉਂਕਿ ਪੰਜਾਬੀ ਨੂੰ ਤਾਂ ਸਿਰਫ ਇਹ ਬਾਣੀ ਦੇ ਸ਼ਬਦ ਲਿਖਣ ਵਾਸਤੇ ਵਰਤਿਆ ਗਿਆ। ਜਿਹੜੇ ਮੂਲ ਸ਼ਬਦ ਹੈਗੇ ਆ ਉਹ ਉਸੇ ਤਰ੍ਹਾਂ ਉੱਥੋਂ ਹੀ ਲਏ ਜਾਣਗੇ। ਠੀਕ ਹੈ, ਫਿਰ ਉਚਾਰਨ ਵੀ ਤਾਂ ਉਸ ਤਰ੍ਹਾਂ ਹੀ ਹੋਏਗਾ, ਫਿਰ ਹਾਂ, ਉਸੇ ਭਾਸ਼ਾ ਦੇ ਅਨੁਸਾਰ ਹੋਏਗਾ। ਹਾਂਜੀ ਹਾਂਜੀ, ਉਹਨਾਂ ਅਰਥਾਂ ਵਿੱਚ ਹੀ ਉਹਦਾ ਉਚਾਰਨ ਜਿਹੜਾ ਉਸ ਮੂਲ ਭਾਸ਼ਾ ਦਾ ਹੋਏਗਾ। ਹਾਂਜੀ, ਉਹਦੇ ਜਾਨੀ ਮਤਲਬ ਉਚਾਰਨ ਨਹੀਂ, ਉਹਦਾ ਅਰਥ ਉਚਾਰਨ ਕੀ ਅਰਥ ਬਣਾਉਣਾ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਜਿਸ ਤਰ੍ਹਾਂ ਹੁਣੇ ਅਸਲ ਸ਼ਬਦ ਦੀ ਗੱਲਬਾਤ ਹੋਈ ਸੀ ਜੀ। ਹਾਂਜੀ, ਜਿਹੜੇ ਅਰਬੀ ਜਾਣਨ ਵਾਲੇ ਨੇ ਜਾਂ ਫਾਰਸੀ ਜਾਣਨ ਵਾਲੇ ਨੇ ਜਾਂ ਉਰਦੂ ਜਾਣਨ ਵਾਲੇ ਨੇ, ਉਹ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸੌਖਿਆਂ ਸਮਝ ਸਕਦੇ ਆ। ਕਿਉਂਕਿ ਅਲਫਾਬੇਟ ਤੇ ਅਸੀਂ ਜਿਵੇਂ ਚ ਇਹ ਜਿਹੜੇ ਅੱਖਰ ਹੈਗੇ ਆ ਨਾ, ਅਲਫਾਬੈਟਸ ਜਿਹੜੇ ਉਹਨਾਂ ਦੇ, ਉਹਦੇ ਵਿੱਚ ਇੱਕ ਅਲਫਾਬੈਟ ਸਵਾਦ ਆਇਆ। ਇੱਥੇ ਉਹ ਸਵਾਦ ਸ਼ਬਦ ਜਿਹੜਾ ਅਰਬੀ ਦੇ ਵਿੱਚ, ਫਾਰਸੀ ਦੇ ਵਿੱਚ ਔਰ ਉਰਦੂ ਦੇ ਵਿੱਚ ਜਦੋਂ ਵਰਤਿਆ ਜਾਂਦਾ ਤਾਂ ਉਹਦੇ ਹੇਠ ਇੱਕ ਨੁਕਤਾ ਹੁੰਦਾ, ਉਹ ਸ਼ੋ ਕੀਤਾ ਹੋਇਆ ਔਂਕੜ ਲਗਾ ਕਰਕੇ। ਇਸ ਕਰਕੇ ਇਹਦਾ ਉਚਾਰਨ ਨਹੀਂ ਹੋਣਾ, ਇਹਨੂੰ ਸਿੱਧਾ ਹੀ ਬੋਲੇ ਜਾਣਾ ਅਸਲੂ। ਜਿਹੜੇ ਅਰਬੀ ਜਾਣਨ ਵਾਲੇ, ਉਰਦੂ ਜਾਣਨ ਵਾਲੇ ਤੇ ਫਾਰਸੀ ਜਾਣਨ ਵਾਲੇ ਜਿਹੜੇ ਉਹ ਵਧੀਆ ਵਿਆਖਿਆ ਇਹਦੀ ਕਰ ਸਕਦੇ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਇਸੇ ਕਰਕੇ ਇਹਦਾ ਉਚਾਰਨ ਜਿਹੜਾ ਅਸਲੂ ਕੀਤਾ ਹੈ, ਕਿਉਂਕਿ ਉਹ ਜਾਣਦੇ ਸਨ ਅਰਬੀ ਭਾਸ਼ਾ ਵੀ ਤੇ ਉਹ ਫਾਰਸੀ ਵੀ ਜਾਣਦੇ ਸੀਗੇ, ਉਰਦੂ ਵੀ ਜਾਣਦੇ ਸੀਗੇ। ਇਸ ਕਰਕੇ ਉਹਨਾਂ ਨੇ ਬਿਲਕੁਲ ਸ਼ੁੱਧ ਉਚਾਰਨ ਦਰਸਾਇਆ ਉੱਥੇ। ਇਹਦਾ ਔਂਕੜ ਜਿਹੜਾ ਬੋਲਿਆ ਨਹੀਂ ਜਾਣਾ। ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ ਜੀ। ਬੇਨਤੀ ਹੈ ਜੀ ਵੀ ਜਿਤਨੇ ਵੀ ਸਵਾਲ ਹੋਣ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਜੋ ਆਪਾਂ ਡਿਸਕਸ ਕਰਦੇ ਹਾਂ, ਉਹ ਕਿਰਪਾ ਕਰਕੇ ਜਿੰਨੀ ਜਲਦੀ ਹੋ ਸਕੇ ਨਾਲੋਂ ਨਾਲ ਭੇਜੀ ਜਾਓ
ਨਹੀਂ ਤੇ ਐਤਵਾਰ ਸ਼ਾਮ ਤੱਕ ਜਿਹੜੇ ਕੁਐਸਚਨ ਮਿਲ ਜਾਣਗੇ ਉਹ ਸੋਮਵਾਰ ਆਪਾਂ ਕਰ ਲਿਆ ਕਰਾਂਗੇ। ਹੁਣ ਜਿਹੜਾ ਥੋੜਾ ਸਮਾਂ ਬਚਦਾ, ਬਾਕੀ ਤਕਰੀਬਨ 15-20 ਮਿੰਟ ਨੇ, ਮੈਂ ਵੀਰ ਹਰਜੀਤ ਸਿੰਘ ਨੂੰ ਬੇਨਤੀ ਕਰਾਂਗਾ ਵੀ ਉਹ ਜਿਹੜੀ ਸਿੱਧ ਗੋਸ਼ਟ ਦੀ ਚੱਲ ਰਹੀ ਹੈ ਵਿਚਾਰ, ਉਹਦੀ ਪੌੜੀ ਅਗਲੀ ਜਿਹੜੀ ਹੈ ਉਹ ਜਿਤਨੀ ਕੁ ਹੋ ਸਕੇ ਦਿੱਤੇ ਸਮੇਂ 'ਚ ਕਰ ਲੈਣ ਵੀਰ ਹਰਜੀਤ ਸਿੰਘ ਜੀ। ਹਾਂਜੀ ਵੀਰ ਹਰਜੀਤ ਸਿੰਘ ਸੁਣ ਰਹੇ ਨੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ, ਮੈਂ ਕਿਹਾ ਸਮਾਂ ਰਹਿੰਦਾ 15-20 ਮਿੰਟ ਦਾ, ਕਿਰਪਾ ਕਰਕੇ ਅਗਲੀ ਪੌੜੀ ਸ਼ੁਰੂ ਕਰ ਲਓ। ਤੇ ਚਰਨਜੀਤ ਸਿੰਘ ਜੀ, ਇਹ ਕੁਛ ਆਵਾਜ਼ ਪਿੱਛੋਂ ਆ ਰਹੀ ਹੈ, ਦੇਖੋ ਜਰਾ ਮਿਊਟ ਕਰੋ ਜਰਾ ਸਾਰਿਆਂ ਨੂੰ। ਹੁਣ ਹਾਂਜੀ, ਗਿਆਨੀ ਅੰਮ੍ਰਿਤਪਾਲ ਸਿੰਘ ਜੀ ਲੁਧਿਆਣੇ ਵਾਲੇ ਤੇ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ। ਮੈਂ ਸ਼ੁਰੂ ਕਰਨ ਤੋਂ ਪਹਿਲਾਂ, ਕਿਉਂਕਿ 15 ਮਿੰਟਾਂ 'ਚ ਮੈਂ ਪੌੜੀ ਪੜ੍ਹ ਕੇ ਤੁਹਾਨੂੰ ਨਾ ਤਾਂ ਕੁਛ ਕਰ ਸਕਾਂਗਾ ਤੇ ਨਾ ਕੋਈ ਅੱਗੇ ਗੱਡੀ ਚੱਲੇਗੀ। ਮੈਂ ਸਿਰਫ ਇਹ ਬੇਨਤੀ ਕਰ ਸਕਦਾ, ਇੱਕ ਕੁਐਸਚਨ ਜਿਹੜਾ ਕੱਲ ਕਲਾਸ ਦੇ ਵਿੱਚ ਹੋਏ ਸੀ ਉਹਦੇ ਬਾਰੇ ਕਾਫੀ ਡਿਟੇਲ ਦੇ ਵਿੱਚ ਇੱਕ ਸਾਡੇ ਕੋਲ ਈਮੇਲ ਆਈ ਕਿਰਪਾਲ ਸਿੰਘ ਜੀ ਬਠਿੰਡੇ ਤੋਂ, ਜਿਹੜੇ ਉਚਾਰਨ ਦੇ ਪੱਖ ਤੋਂ ਵੀ ਕਾਫੀ ਜ਼ਿਆਦਾ ਮਿਸ਼ਨਰੀ ਕਾਲਜ, ਸਿੱਖ ਮਿਸ਼ਨਰੀ ਕਾਲਜ ਦੇ ਨਾਲ ਪਹਿਲਾਂ ਕਾਫੀ ਦੇਰ ਸੇਵਾ ਕਰਦੇ ਰਹੇ ਆ। ਅੱਜ ਕੱਲ੍ਹ ਲੋਕ ਅੱਜ ਕੇ ਪੱਤਰਕਾਰ ਜਾਂ ਹੋਰ ਇੱਦਾਂ ਸੇਵਾ ਨਿਭਾ ਰਹੇ ਆ। ਹੋਰ ਉਹਨਾਂ ਦੇ ਕਾਫੀ ਉਹਨਾਂ ਕੋਲ ਰੁਝੇਵੇਂ ਨੇ, ਨਾਨਕਸ਼ਾਹੀ ਕੈਲੰਡਰ ਦੇ ਵਿੱਚ ਉਹਨਾਂ ਨੇ ਕਾਫੀ ਯੋਗਦਾਨ ਪਾ ਰਹੇ ਨੇ ਅੱਜ ਵੀ। ਇਸ ਤਰ੍ਹਾਂ ਉਹਨਾਂ ਦੇ ਜਿਹੜੇ ਪੰਥਕ ਸਮੱਸਿਆਵਾਂ ਸਾਰਾ ਉਧਰਲੇ ਪਾਸੇ ਸਮਾਜ ਕੱਲ ਉਹਨਾਂ ਦਾ ਚੱਲ ਰਿਹਾ। ਉਹਨਾਂ ਨੇ ਕੁਝ ਸਵਾਲ ਕੀਤੇ ਸੀ, ਮੈਂ ਚੇਅਰਮੈਨ ਸਾਹਿਬ ਜੀ ਨੂੰ ਮੈਸੇਜ ਕੀਤਾ ਸੀ ਜਾਂ ਮੇਲ ਫਾਰਵਰਡ ਕੀਤੀ ਸੀ। ਉਹਨਾਂ ਨੇ ਕਿਹਾ ਪੈਨਲ ਤੁਹਾਡੇ ਕੋਲ ਹੈ, ਇਹਨਾਂ ਉਡੀਕਣ ਦੀ ਕੀ ਲੋੜ ਹੈ ਵੀ ਹਫਤਾ ਉਡੀਕੋਗੇ, ਸਾਰੇ ਵਿਦਵਾਨ ਨੇ ਤੇ ਉਹ ਇਹਨੂੰ ਹੋਰ ਸਪਸ਼ਟ ਕਰ ਦੇਣਗੇ ਜਾਂ ਕਿਵੇਂ ਵੀ ਹੈਗਾ। ਉਹ ਮੈਂ ਉਹ ਸਵਾਲ ਉਸੇ ਤਰ੍ਹਾਂ ਪੜ੍ਹ ਕੇ ਤੁਹਾਨੂੰ ਦੇਣ ਲੱਗਾ। ਥੋੜੇ ਲੰਬੇ ਸਵਾਲ ਹੈ। ਗੁਰਬਾਣੀ ਵਿਆਕਰਨ ਪਾਠ 3 ਦੀ ਪੂਰੀ ਵੀਡੀਓ ਸੁਣੀ ਹੈ ਜੋ ਕਾਫੀ ਜਾਣਕਾਰੀ ਭਰਪੂਰ ਹੈ, ਪਰ ਲੈਕਚਰ ਦੇ ਅਖੀਰ ਤੇ ਪਾਰਟਿਸਪੈਂਟ ਵੱਲੋਂ ਪੁਸਤਕ ਦੇ ਪੰਨਾ ਨੰਬਰ 22, ਚਰਨਜੀਤ ਸਿੰਘ ਜੀ ਪੰਨਾ ਨੰਬਰ 22 ਅਗਰ ਖੁੱਲ ਸਕਦਾ ਹੋਵੇ ਤਾਂ ਤੁਸੀਂ ਦੇਖੋ, ਤੇ ਨੰਬਰ 22 ਖੁੱਲ ਜਾਏ ਤੇ ਸਕਰੀਨ ਤੇ ਆ ਜਾਏ ਤਾਂ ਬਹੁਤ ਚੰਗਾ ਹੈ। ਉਹਦਾ ਕੁਐਸਚਨ ਨੰਬਰ 10 ਹੈ, ਉਹਦੇ ਵਿੱਚ ਇੱਕ ਕਲੈਰੀਫਿਕੇਸ਼ਨ ਮੰਗੀ ਹੈ ਕਿ ਪ੍ਰਬੋਧੋ, ਜਾਗੋ, ਕਹੋ, ਅੰਦਰੋਂ, ਵਿੱਚੋਂ, ਭੰਡੋ ਆਦਿ ਸ਼ਬਦਾਂ ਨੂੰ ਬਿੰਦੀ ਸਹਿਤ ਜਾਂ ਬਿੰਦੀ ਰਹਿਤ ਪੜ੍ਹਨ ਦਾ ਕੋਈ ਖਾਸ ਨਿਯਮ ਵੀ ਹੈ ਜਾਂ ਵੈਸੇ ਹੀ ਆਪਣੀ ਸਮਝ ਅਨੁਸਾਰ ਲਾ ਦੇਣੀ ਹੈ? ਇਸ ਮਹੱਤਵਪੂਰਨ ਸਵਾਲ ਦਾ ਜਵਾਬ ਚੇਅਰਮੈਨ ਸਾਹਿਬ ਜੀ ਵੱਲੋਂ ਜਲਦੀ ਦੇ ਦਿੱਤਾ ਗਿਆ, ਜਦਕਿ ਇਸ ਦਾ ਸਹੀ ਜਵਾਬ ਜਿਹੜਾ ਹੈ ਉਹ ਹੋਣਾ ਚਾਹੀਦਾ ਸੀ, ਵੀ ਉਹਨਾਂ ਨਾਲ ਲਿਖਿਆ। ਇਹ ਹੁਣ ਤੁਸੀਂ ਇਹਦੀ ਕਲੈਰਿਟੀ ਦੇਣੀ ਹੈ ਜੀ, ਦੋਨੇ ਵਿਦਵਾਨ ਬੈਠੇ ਹੋ। ਤੇ ਜਿਹਨਾਂ ਕਿਰਿਆਵਾਚੀ ਸ਼ਬਦਾਂ ਦੇ ਅੰਤ ਵਿੱਚ ਹਾਹਾ ਸਵਰ ਕਰਕੇ ਵਰਤਿਆ ਜਾਂਦਾ ਹੈ, ਹਾਂਜੀ ਇਹ 'ਚ ਦੇਖੋ ਇਹ ਸ਼ਬਦ ਹੈਗੇ ਨੇ। ਚੇਅਰਮੈਨ ਸਾਹਿਬ ਜੀ ਨੇ ਦੱਸਿਆ ਸੀ ਵੀ ਉਹ ਹਾਹੇ ਦੀ ਲੱਗੀ ਔਂਕੜ ਹੋੜੇ ਦੇ ਵਿੱਚ ਤਬਦੀਲ ਹੋ ਜਾਂਦੀ ਹੈ। ਤੇ ਉਹਨਾਂ ਨੇ ਕੱਲ ਨਿਯਮ ਜਿਹੜੇ ਸੀ ਸਮਝਾਏ ਸੀ, ਤੁਸੀਂ ਕਲਾਸ ਅਟੈਂਡ ਕੀਤੀ ਅੰਮ੍ਰਿਤਪਾਲ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਨੇ ਤਾਂ ਉਹਨਾਂ ਨੂੰ ਤੇ ਉਹਨਾਂ ਕੋਲੋਂ ਸੁਣੇ ਵੀ ਹੋਣਗੇ। ਹਾਂ, ਤੇ ਉਹਨਾਂ ਨੇ ਇਹਦੇ 'ਚ ਕਿਹਾ ਵੀ ਇਹ ਕਿਰਿਆ ਜਿਹਨਾਂ ਉਹਨਾਂ ਨੇ ਜੋ ਜਵਾਬ ਦਿੱਤਾ ਕਿਰਪਾਲ ਸਿੰਘ ਜੀ ਨੇ ਲਿਖ ਕੇ ਭੇਜਿਆ, ਜੋ ਕਿਰਿਆਵਾਚੀ ਸ਼ਬਦਾਂ ਦੇ ਅੰਤ ਵਿੱਚ ਹਾਹਾ ਸਵਰ ਕਰਕੇ ਵਰਤਿਆ ਜਾਂਦਾ ਹੈ, ਜੋ ਅਨਪੁਰਖ ਬਹੁਵਚਨ ਹੁਕਮੀ ਭਵਿੱਖਤ ਕਾਲ ਦੀ ਕਿਰਿਆ ਹੋਵੇ ਤਾਂ ਉਹਨਾਂ ਦਾ ਉਚਾਰਨ ਬਿੰਦੀ ਰਹਿਤ ਹੋਵੇਗਾ, ਜਿਵੇਂ ਪ੍ਰਬੋਧੋ, ਜਾਗੋ, ਕਹੋ, ਕਰੋ, ਸੱਦੋ। ਇਹ ਹੁਣ ਤੁਸੀਂ ਜਰਾ ਸਪਸ਼ਟ ਕਰੋ ਜਾਂ ਜੋ ਲਿਖਿਆ ਹੋਇਆ, ਜਿਹੜਾ ਪ੍ਰਿੰਸੀਪਲ ਤੇਜਾ ਸਿੰਘ ਇਹਨਾਂ ਨੇ ਬਿਲਕੁਲ ਠੀਕ ਕਹੀ ਹੈ ਜੀ। ਹਾਂਜੀ ਇਸ ਤਰ੍ਹਾਂ ਜੀ। ਹਾਂਜੀ ਆਪ ਜੀ ਬੋਲੋ, ਠੀਕ ਹੈ ਜੀ। ਹਾਂਜੀ ਜਰਾ ਚੰਜੀਤ ਸਿੰਘ ਬਾਕੀਆਂ ਨੂੰ ਮਿਊਟ ਕਰ ਦਿਆ ਕਰੋ ਪਲੀਜ਼। ਹਾਂਜੀ, ਜਦੋਂ ਕਿਰਿਆ ਹੋਵੇ ਤੇ ਕਿਰਿਆ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਯੂਕੇ, ਉਹ ਇਦਾਂ ਇੱਕ ਦੂਜੇ ਨਾਲ ਮਿਕਸ ਨਾ ਕਰੀਏ ਆਪਾਂ। ਤੁਸੀਂ ਹੁਣ ਜਵਾਬ ਗਿਆਨੀ ਅੰਮ੍ਰਿਤਪਾਲ ਸਿੰਘ ਯੂਕੇ ਵਾਲੇ ਜਰਾ ਜਵਾਬ ਦੇਣਗੇ, ਦੂਜਿਆਂ ਨੂੰ ਮਿਊਟ ਕਰ ਲਓ। ਕਿਰਿਆ ਦੇ ਅਖੀਰ ਦੇ ਵਿੱਚ ਜਦੋਂ ਹਾਹੇ ਨੂੰ ਔਂਕੜ ਆਂਦੀ ਹੈਗੀ ਹੈ ਤੇ ਉਦੋਂ ਉਹਦਾ ਨਾਸਕੀ ਉਚਾਰਨ ਨਹੀਂ ਹੁੰਦਾ ਹੈਗਾ। ਜਦੋਂ ਕਿਰਿਆ ਦੇ ਵਿੱਚ ਅਖੀਰ 'ਚ ਹਾਹੇ ਨੂੰ ਔਂਕੜ ਆਂਦੀ ਤਾਂ ਨਾਸਕੀ ਉਚਾਰਨ ਨਹੀਂ ਹੁੰਦਾ ਹੈਗਾ। ਤੇ ਜਦੋਂ ਨਾਉਨ ਦੇ ਹਾਹੇ ਦੀ ਅਖੀਰ 'ਤੇ ਔਂਕੜ ਆਂਦੀ ਹੈਗੀ ਹੈ ਤੇ ਉਹਦਾ ਨਾਸਕੀ ਉਚਾਰਨ ਹੁੰਦਾ ਹੈ ਜੇ ਉਹ ਸੰਬੋਧਨ ਨਾ ਹੋਵੇ। ਤੇ ਮੈਂ ਕੁਝ ਉਦਾਹਰਨਾਂ ਵੀ ਇਹਦੇ ਬਾਰੇ ਦੇ ਸਕਦਾ ਵਾਂ। ਜਿਵੇਂ ਮੈਂ ਕਹਿੰਦਾ ਸਾਧਨ ਸੰਤ ਕਰੋ ਇਹ ਕਾਮ ਕਰੋ, ਮੈਨੇ ਤੁਸੀਂ ਕਰੋ, ਹਾਹੇ ਨੂੰ ਔਂਕੜ ਆ ਗਈ, ਇਹ ਕਿਰਿਆ ਹੈਗੀ ਹੈ। ਆਨ ਤਿਆਗ ਜਪੋ ਹਰ ਨਾਮ, ਮੈਨੇ ਤੁਸੀਂ ਜਪੋ ਜਾਂ ਤਿਸੈ ਸਰੇਵੋ। ਜਦੋਂ ਕਿਰਿਆ ਦੇ ਆਖਰੀ ਹਾਹੇ ਨੂੰ ਔਂਕੜ ਆਉਂਦੀ ਹੈ ਉਹਦਾ ਨਾਸਕੀ ਉਚਾਰਨ ਨਹੀਂ ਹੁੰਦਾ, ਬਿੰਦੀ ਨਹੀਂ ਲੱਗਦੀ। ਪਰ ਜਦੋਂ ਕੋਈ ਸ਼ਬਦ ਜਿਹੜਾ ਹੈ
ਨਾਉਨ ਹੋਵੇ ਤੇ ਨਾਉਨ ਦੇ ਅੱਗੇ ਕਾਰਕੀ ਅਰਥ ਹੋਵੇ, ਜਿਵੇਂ ਤਗ ਕਪਾਹੋਂ ਕੱਤੀ ਹੈ, ਕਪਾਹ ਤੋਂ ਕਾਰਕੀ ਅਰਥ ਆ ਗਏ। ਸੰਬੰਧਕ ਜਾਂ ਸੰਬੰਧਕ ਕੋਈ ਵੀ ਕਾਰਕ ਲੱਗੇ, ਜਿਵੇਂ ਅੰਦਰੋਂ ਆਪਣੇ ਆਪ ਸੰਬੰਧਕ ਹੈਗਾ, ਵਿੱਚੋਂ ਆਪਣੇ ਆਪ ਸੰਬੰਧਕ ਹੈਗਾ, ਉੱਥੇ ਨਾਸਕੀ ਉਚਾਰਨ ਹੋਏਗਾ। ਤੇ ਜਿੱਥੇ ਨਾਉਨ ਦੇ ਆਖਰੀ ਹਾਹੇ ਨੂੰ ਔਂਕੜ ਹੋਵੇ ਪਰ ਉਹ ਸੰਬੋਧਨ ਰੂਪ ਚ ਹੋਵੇ, ਜਿਵੇਂ ਸੰਤੋ ਰਾਮ ਨਾਮ ਨਿਸਤਰੀ ਹੈ, ਉੱਥੇ ਨਾਸਕੀ ਉਚਾਰਨ ਨਹੀਂ ਹੁੰਦਾ। ਸਿੱਧਾ ਜਿਹਾ ਇਹਦਾ ਸਿੰਪਲ ਰੂਲ ਹੈ ਕਿ ਜਦੋਂ ਕਿਸੇ ਨਾਉਨ ਦੇ ਅਖੀਰ ਵਿੱਚ ਕਾਰਕੀ ਅਰਥ ਆਂਦਾ ਹੋਵੇ ਤੋਂ ਵਿੱਚੋਂ ਨੂੰ, ਉਦੋਂ ਤੇ ਬਿੰਦੀ ਲੱਗੇਗੀ, ਉਹਦੇ ਤੋਂ ਇਲਾਵਾ ਹੋਰ ਕਿਤੇ ਵੀ ਨਹੀਂ ਲੱਗੇਗੀ। ਕਿਰਿਆ ਦੇ ਹਾਹੇ ਦੀ ਔਂਕੜ ਦੀ ਕਦੀ ਬਿੰਦੀ ਨਹੀਂ ਲੱਗਦੀ ਹੁੰਦੀ ਤੇ ਸੰਬੋਧਨ ਦੇ ਹਾਹੇ ਦੀ ਔਂਕੜ ਕਦੀ ਬਿੰਦੀ ਨਹੀਂ ਲੱਗਦੀ ਹੁੰਦੀ। ਸਿਰਫ ਬਿੰਦੀ ਦਾ ਉਚਾਰਨ ਉੱਥੇ ਹੁੰਦਾ ਵੈ ਜਿੱਥੇ ਉਹ ਸ਼ਬਦ ਕਾਰਕੀ ਅਰਥ ਦਿੰਦਾ ਹੋਵੇ, ਨੂੰ ਤੋਂ ਵਿੱਚੋਂ ਇਤਿਆਦਿਕ ਜਿਹੜੇ ਸ਼ਬਦ ਹੈਗੇ ਨੇ। ਹਾਂਜੀ, ਇਹ ਕਲੀਅਰ ਹੋ ਗਿਆ ਕਿ ਜਿਨ੍ਹਾਂ ਕਿਰਿਆਵਾਚੀ ਸ਼ਬਦਾਂ ਦੇ ਅੰਤ ਵਿੱਚ ਹਾਹਾ ਸਵਰ ਕਰਕੇ ਵਰਤਿਆ ਜਾਂਦਾ ਹੈ, ਜੇ ਉਹ ਅਨਪੁਰਖ ਬਹੁਵਚਨ ਹੁਕਮੀ ਭਵਿੱਖਤ ਕਾਲ ਦੀ ਕਿਰਿਆ ਹੋਵੇ ਤਾਂ ਉਹਨਾਂ ਦਾ ਉਚਾਰਨ ਬਿੰਦੀ ਰਹਿਤ ਹੋਵੇਗਾ। ਜਿਵੇਂ ਪ੍ਰਬੋਧ ਤੋਂ ਜਾਗੋ ਜਿਹੜੇ ਲਫ਼ਜ਼ ਲਿਖੇ ਹੋਏ ਸਾਹਮਣੇ ਆਪਣੇ ਸਾਹਮਣੇ ਆ ਰਹੇ ਹਨ। ਬਿਲਕੁਲ ਜੀ, ਇਹ ਵਰਤਮਾਨ ਕਾਲ ਚ ਵੀ ਆਉਂਦੇ ਨੇ, ਮੱਧਮ ਪੁਰਖ ਕਿਰਦਿਆ ਵੀ ਆਉਂਦੇ ਨੇ, ਭਵਿੱਖ ਕਾਲ ਦੇ ਵੀ ਲਫ਼ਜ਼ ਆਉਂਦੇ ਨੇ, ਭੂਤਕਾਲ ਦੇ ਵਿੱਚ ਵੀ ਆਉਂਦੇ ਨੇ ਮੱਧਮ ਪੁਰਖ ਦੇ ਨਾਲ। ਇਹ ਤਿੰਨਾਂ ਕਿਰਿਆਵਾਂ ਚ ਕਾਲਾਂ ਚ ਹੀ ਆਉਂਦੇ ਨੇ, ਇਕੱਲੀ ਇੱਕ ਚ ਨਹੀਂ ਹੈਗਾ ਇਹ। ਤੇ ਇਹ ਭਾਵੇਂ ਵਰਤਮਾਨ ਕਾਲ ਹੈ, ਭਾਵੇਂ ਭਵਿੱਖਤ ਹੈ, ਤੇ ਭਾਵੇਂ ਇਹ ਭੂਤਕਾਲ ਹੈ। ਮੱਧਮ ਪੁਰਖ ਦੀ ਕਿਰਿਆ ਦੀ ਹਾਹੇ ਦੀ ਔਂਕੜ ਭਾਵੇਂ ਉਹ ਇੱਕ ਪ੍ਰੋਨਾਂਸ ਨਹੀਂ ਹੁੰਦੀ। ਹਾਂਜੀ, ਦੂਜਾ ਇਹਨਾਂ ਨੇ ਲਿਖਿਆ ਹੈ ਭਾਵੇਂ ਜਿਹੜੇ ਨਾਉਨ ਸ਼ਬਦ ਸੰਬੋਧਨ ਕਾਰਕ ਵਿੱਚ ਵਰਤੇ ਗਏ ਹੋਣ, ਉਹ ਵੀ ਬਿਨਾਂ ਬਿੰਦੀ ਤੋਂ ਹੀ ਉਚਾਰਨ ਕੀਤੇ ਜਾਣਗੇ। ਤੁਸੀਂ ਆਪਨੇ ਦੱਸਤਾ ਕਿ ਸੰਤੋ ਤੇ ਪਿਆਰਿਓ, ਇਹ ਜਿਹੜੇ ਬਿੰਦੀ ਲਾ ਕੇ ਉਚਾਰਨ ਜਿਹੜੇ ਆ ਨਹੀਂ ਹੁੰਦੇ। ਠੀਕ ਹੈ ਜੀ, ਠੀਕ ਹੈ ਜੀ, ਬਿਲਕੁਲ ਠੀਕ ਹੈ। ਅੱਗੇ ਹੈਗਾ ਜੀ, ਜਿਹੜੇ ਨਾਮ ਸ਼ਬਦਾਂ ਵਿੱਚੋਂ ਅਰਥ ਨਿਕਲਦੇ ਹੋਣ, ਤੋਂ, ਵਿੱਚੋਂ, ਰਾਹੀਂ, ਅੰਦਰੋਂ, ਬਾਹਰੋਂ, ਨਾਲ, ਉਹਨਾਂ ਦਾ ਉਚਾਰਨ ਬਿੰਦੀ ਸਹਿਤ ਹੋਵੇਗਾ। ਬਿਲਕੁਲ ਹੋਏਗਾ ਜੀ, ਠੀਕ ਹੈ ਜੀ, ਬਿਲਕੁਲ ਠੀਕ ਹੈ। ਠੀਕ ਹੈ ਜੀ। ਮੋਟੇ ਰੂਪ ਵਿੱਚ ਅੰਤ ਹਾਹੇ ਨੂੰ ਔਂਕੜ ਵਾਲੇ ਸਵਰ ਵਾਲੇ ਕਿਰਿਆਵਾਚੀ ਸ਼ਬਦ ਹਮੇਸ਼ਾ ਲਈ ਬਿਨਾਂ ਬਿੰਦੀ ਤੋਂ ਉਚਾਰੇ ਜਾਣਗੇ, ਪਰ ਜੇ ਨਾਮ ਸ਼ਬਦ ਹੋਣ ਬਸ਼ਰਤੇ ਕਿ ਉਹ ਸੰਬੋਧਨ ਰੂਪ ਵਿੱਚ ਨਾ ਹੋਣ ਤਾਂ ਬਿੰਦੀ ਸਹਿਤ ਉਚਾਰੇ ਜਾਣੇ ਚਾਹੀਦੇ ਹਨ। ਇਹਨੂੰ ਕ੍ਰੈਡਿਟ ਦਿਓ। ਠੀਕ ਹੈ ਜੀ, ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਠੀਕ ਹੈ ਜੀ। ਜਿਹੜਾ ਇਸ ਤੋਂ ਪਹਿਲਾਂ ਹੋਇਆ ਸੀ, ਇੱਕ ਸਵਾਲ ਸੀ, ਪੁਸਤਕ ਦੇ ਪੰਨਾ ਨੰਬਰ 13, 13 ਪੇਜ ਆ ਰਿਹਾ ਜੀ। ਮੈਂ ਵੇਟ ਕਰ ਰਿਹਾ, ਪੇਜ ਸਾਹਮਣੇ ਆ ਜਾਂਦਾ ਤੇ ਥੋੜਾ ਇਹਨੂੰ ਇਹਦਾ ਸਾਈਜ਼ ਛੋਟਾ ਕਰ ਲਓ, ਇਧਰਲੇ ਪਾਸੇ ਖਿੱਚ ਲਓ, ਇਧਰ ਆਪਣੇ ਲੈਫਟ ਸਾਈਡ ਦੇ ਲੈਪਟਾਪ ਤੇ ਖਿੱਚ ਲਓ। ਹਾਂ, ਠੀਕ ਹੈ। ਥੋੜਾ ਵੱਡਾ ਕਰੋ ਜੀ, ਥੋੜਾ ਜਿਹਾ ਵੱਡਾ ਸਾਈਜ਼ ਵੱਡਾ ਕਰੋ ਥੋੜਾ ਜਿਹਾ। ਭਾਈ ਸਾਹਿਬ ਤੁਸੀਂ ਸਵਾਲ ਪੁੱਛੋ, ਮੈਂ ਉਹ ਵਾਲੀ ਤੁਕ ਦੇ ਰਿਲੇਟਡ ਮੈਂ ਉਹਨੂੰ ਤਦ ਵੱਡਾ ਕਰ ਲਾਂਗਾ ਜੀ। ਹਾਂ ਜੀ, ਪੁਸਤਕ ਦੇ ਕਹੋ ਰੇ ਪੰਡਤ, ਇਹਦੀ ਤੁਕ ਐਸੀ, ਕਹੋ ਰੇ ਪੰਡਤ ਬਾਬਨ ਕਬ ਕੇ ਹੋਏ। ਹਾਂਜੀ, ਥੱਲੇ ਹੈ ਨਾ, ਹੈ ਹਾਂਜੀ ਥੱਲੇ ਜੀ। ਹਾਂਜੀ ਹਾਂਜੀ ਹਾਂਜੀ, ਇੱਕ ਮਿੰਟ ਜੀ, ਹੋਲਡ ਕਰੋ ਤੁਸੀਂ, ਰੁਕੋ ਜੀ। ਅੰਮ੍ਰਿਤਪਾਲ ਸਿੰਘ ਜੀ ਤੁਸੀਂ ਰੁਕੋ, ਤੁਹਾਡਾ ਕੁਐਸਚਨ ਆ ਲਿਆ ਤਾਂ ਮੈਂ ਤੁਹਾਨੂੰ ਪੁੱਛ ਲਿਆ। ਹੋਰ ਥੱਲੇ ਚਲੇ ਜਾਓ। ਇੱਥੋਂ ਜੀ ਫਿਰ 13 ਨੰਬਰ ਪੇਜ ਇੱਥੇ ਹੀ ਖਤਮ ਹੁੰਦਾ ਜੀ। ਉੱਥੇ ਲਾਸਟ ਲਾਈਨ ਹੈ, ਦੇਖੋ ਬਿਲਕੁਲ ਲਾਸਟ ਲਾਈਨ ਹੈਗੀ ਹੈ, 324 ਅੰਕ ਤੇ ਗੁਰੂ ਗ੍ਰੰਥ ਸਾਹਿਬ। ਹਾਂਜੀ 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 ਆ ਰਹੀ। ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ, ਵਿੱਚ ਬਾਹਮਣ ਦਾ ਅੰਤ ਨੰਨਾ ਮੁਕਤਾ ਕਿਸ ਨਿਯਮ ਅਧੀਨ ਆਇਆ ਹੈ। ਦੇਖੋ ਜੀ, ਤੁਸੀਂ ਬਹੁਵਚਨ ਹੈ ਜੀ। ਇੱਕ ਮਿੰਟ ਰੁਕੋ। ਪਹਿਲਾਂ ਕੁਐਸਚਨ ਸੁਣ ਲਓ, ਫਿਰ ਤੁਸੀਂ ਦਾ ਜਵਾਬ ਦਿਓ। ਪਹਿਲਾਂ ਦੇਖੋ, ਇਹ ਮੈਂ ਕੁਐਸਚਨ ਪੂਰਾ ਕਰ ਲਵਾਂ। ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ, ਇਸ ਬਾਹਮਣ ਵਿੱਚ ਬਾਹਮਣ ਦਾ ਅੰਤ ਨੰਨਾ ਮੁਕਤਾ ਕਿਸ ਨਿਯਮ ਅਧੀਨ ਆਇਆ, ਕਿਉਂਕਿ ਜਦੋਂ ਪੰਡਤ ਇੱਕ ਵਚਨ ਹੈ ਤਾਂ ਬਾਹਮਣ ਵੀ ਇੱਕ ਵਚਨ ਹੀ ਹੋਵੇਗਾ। ਹੁਣ ਜੋ ਜਵਾਬ। ਹਾਂਜੀ, ਪੰਡਤ ਹੈਗਾ ਸੰਬੋਧਨ ਰੂਪ ਦੇ ਵਿੱਚ, ਬਾਹਮਣ ਹੈਗਾ ਬਹੁਵਚਨ ਰੂਪ ਦੇ ਵਿੱਚ। ਇੱਕ ਪੰਡਤ ਨੂੰ ਗੱਲ ਕੀਤੀ ਜਾ ਰਹੀ ਹੈ, ਇਹ ਪੰਡਤ ਤੂੰ ਦੱਸ
ਆ ਜਿੰਨੇ ਵੀ ਬਾਹਮਣ ਹੈਗੇ ਨੇ ਇਹ ਕਦੋਂ ਦੇ ਹੋਏ ਨੇ। ਇੱਥੇ ਬਾਹਮਣ ਬਹੁਵਚਨ ਹੋਣ ਕਰਕੇ ਨੰਨੇ ਦੀ ਉਹਦੀ ਔਂਕੜ ਖਤਮ ਹੋ ਗਈ ਹੈਗੀ ਆ। ਇਹਦਾ ਮਤਲਬ ਇਹ ਹੈ ਵੀ ਇੱਥੇ ਇੱਕ ਬਾਹਮਣ ਦੀ ਗੱਲ ਨਹੀਂ ਹੋ ਰਹੀ। ਹਾਂ, ਇੱਕ ਬਾਹਮਣ ਦੀ ਗੱਲ ਨਹੀਂ ਹੋ ਰਹੀ, ਉਹਦੇ ਬਾਹਮਣਾਂ ਦੀ ਗੱਲ ਹੋ ਰਹੀ ਹੈ, ਸਾਰੀ ਜਾਤੀ ਦੀ ਗੱਲ ਹੋ ਰਹੀ ਹੈ ਐਕਚੁਅਲੀ। ਮੈਂ ਹੋਰ ਕਲੈਰਿਟੀ ਲੈਣੀ ਚਾਹੁੰਦਾ ਵੀ ਉੱਥੇ ਸੰਬੋਧਨ ਹੈਗਾ ਇੱਕ ਬਾਹਮਣ ਨੂੰ ਪੰਡਤ ਨੂੰ ਪੁੱਛਿਆ ਜਾ ਰਿਹਾ ਕੌਣ ਹੈ ਪੰਡਤ, ਜਾਂ ਸਾਰੀ ਜਾਤੀ ਨੂੰ ਪੁੱਛਿਆ ਜਾ ਰਿਹਾ। ਜੇ ਜਾਤੀ ਹੁੰਦੀ ਤਾਂ ਫਿਰ ਇੱਥੇ ਪੰਡਤ ਲਫ਼ਜ਼ ਨੂੰ ਸੰਬੋਧਨ ਕਿੱਦਾਂ ਆ ਗਿਆ? ਫਿਰ ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ। ਮਤਲਬ ਇਹ ਥੋੜਾ ਜਿਹਾ ਕਲੈਰਿਟੀ ਦਿਓ ਇਹਦੇ। ਹਾਂਜੀ, ਇਸ ਤਰ੍ਹਾਂ ਮੈਂ ਜਿਹੜਾ ਕੇ ਲਫ਼ਜ਼ ਜਿਹੜਾ ਨਾ ਕੇ ਕਬ ਕੇ ਬਹੁਵਚਨ ਵਾਸਤੇ ਹੁੰਦਾ, ਦੇ ਕਬ ਕੇ ਹੋਏ ਵੀ ਜਿਹੜਾ ਹੈ ਉਹ ਬਹੁਵਚਨ ਰੂਪ ਦੇ ਵਿੱਚ ਹੈ, ਕੇ ਵੀ ਬਹੁਵਚਨ ਰੂਪ ਚ ਹੈ। ਪੰਡਤ ਇੱਕ ਪੰਡਤ ਨਾਲ ਗੁਰੂ ਸਾਹਿਬ ਗੱਲ ਕਰ ਰਹੇ ਨੇ, ਸਾਰਿਆਂ ਪੰਡਤਾਂ ਨਾਲ ਨਹੀਂ ਗੱਲ ਕਰ ਰਹੇ। ਇੱਕ ਪੰਡਤ ਨੂੰ ਕਹਿ ਰਹੇ ਨੇ ਭਗਤ ਜੀ ਇਹ ਪੰਡਤ ਤੂੰ ਇੱਕ ਗੱਲ ਦੱਸ ਵੀ ਆ ਜਿੰਨੇ ਵੀ ਬ੍ਰਾਹਮਣ ਨੇ ਇਹ ਕਦੋਂ ਦੇ ਆਏ ਹੋਏ ਨੇ। ਸੰਬੋਧਨ ਇੱਕ ਨੂੰ ਹੈ ਪਰ ਗੱਲ ਬਹੁਤਿਆਂ ਦੀ ਕੀਤੀ ਜਾ ਰਹੀ। ਜਿਵੇਂ ਮੈਂ ਆਪ ਜੀ ਨੂੰ ਕਹਾਂ ਕਿ ਭਾਈ ਸਾਹਿਬ ਜੀ ਤੁਸੀਂ ਮੈਨੂੰ ਇਹ ਦੱਸੋ ਵੀ ਆ ਜਿੰਨੇ ਵਿਦਿਆਰਥੀ ਨੇ ਕਦੋਂ ਦੇ ਤੁਹਾਡੇ ਨਾਲ ਜੁੜੇ ਹੋਏ ਨੇ ਜੀ। ਹੁਣ ਵਿਦਿਆਰਥੀ ਵੀ ਬਹੁਤੇ ਹੋ ਗਏ, ਜੁੜੇ ਵੀ ਬਹੁਤੇ ਹੋ ਗਏ, ਪਰ ਤੁਸੀਂ ਤੇ ਇੱਕ ਹੋ ਨਾ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਇਸ ਤਰ੍ਹਾਂ ਇੱਕ ਨਾਲ ਗੱਲ ਕੀਤੀ ਜਾ ਰਹੀ ਵੀ ਇਹ ਪੰਡਤ ਤੂੰ ਦੱਸ ਕਹੋ ਰੇ ਪੰਡਤ, ਇਹ ਪੰਡਤ ਤੂੰ ਦੱਸ ਬਾਹਮਣ ਕਬ ਕੇ ਹੋਏ। ਉੱਥੇ ਨੰਨੇ ਦੀ ਪੰਡਤ ਦੀ ਤੱਤੇ ਦੀ ਔਂਕੜ ਤਾਂ ਕੱਟੀ ਗਈ ਕਿਉਂਕਿ ਸੰਬੋਧਨ ਹੈ, ਬਾਹਮਣ ਦੇ ਨੰਨੇ ਦੀ ਔਂਕੜ ਤਾਂ ਕੱਟੀ ਗਈ ਕਿਉਂਕਿ ਇੱਥੇ ਬਾਹਮਣ ਬਹੁਵਚਨ ਰੂਪ ਆਇਆ ਹੈਗਾ। ਤੇ ਕੇ ਹੋਏ ਜਿਹੜਾ ਇਸ ਗੱਲ ਦਾ ਸਬੂਤ ਹੈ ਵੀ ਬਹੁਤਿਆਂ ਦੀ ਗੱਲ ਚੱਲਦੀ ਹੈਗੀ ਹੈ ਕਦੋਂ ਦੇ ਹੋਏ ਹਨ। ਠੀਕ ਹੈ, ਇਹ ਬਹੁਤ ਵਧੀਆ ਜਵਾਬ ਤੁਸੀਂ ਵੀ ਦਿੱਤਾ। ਤੇ ਗਿਆਨੀ ਅੰਮ੍ਰਿਤਪਾਲ ਸਿੰਘ ਅਨੰਦਪੁਰ ਸਾਹਿਬ ਵਾਲੇ, ਤੁਸੀਂ ਇਸ ਵਿੱਚ ਕੋਈ ਕਲੈਰਿਟੀ ਹੋਰ ਕਰਨਾ ਚਾਹੁੰਦੇ ਹੋ ਜਾਂ ਬਿਲਕੁਲ ਇੱਥੇ ਬਹੁਵਚਨ ਹੀ ਹੋਏਗਾ? ਬਿਲਕੁਲ ਠੀਕ ਦੱਸਿਆ ਜੀ ਇਹਨਾਂ ਨੇ। ਸਿਰਫ ਜਿਹੜਾ ਕੱਕਾ ਹਾਹੀ ਨੂੰ ਔਂਕੜ ਹੈ ਜੀ ਉਹਦੇ ਉਚਾਰਨ ਵਿੱਚ ਥੋੜਾ ਜਿਹਾ ਅੰਤਰ ਹੈਗਾ। ਹਾਂਜੀ, ਇਹਨੂੰ ਕਹੋ ਕਹਿਣ ਦੀ ਲੋੜ ਨਹੀਂ, ਕੌਣ ਹੈ ਪੰਡਤ ਬਾਹਮਣ ਕਰਕੇ ਹੋਏ, ਕਹੋ ਕੌਣ ਹੈ ਪੰਡਤ, ਇਸ ਤਰ੍ਹਾਂ ਬੋਲਿਆ ਜਾਣਾ ਚਾਹੀਦਾ। ਠੀਕ ਹੈ ਜੀ, ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਹਾਂਜੀ, ਅੱਗੇ ਪੇਜ 15 ਤੇ ਜਾਣਾ ਜੀ ਚਰਨਜੀਤ ਸਿੰਘ ਜੀ। ਇਹ ਬਹੁਤ ਵਧੀਆ ਹੈ। ਗਿਆਨੀ ਕਿਰਪਾਲ ਸਿੰਘ ਬਠਿੰਡਾ ਸੁਣਦੇ ਹੋਣ ਤਾਂ ਪਲੀਜ਼ ਉਹ ਨੋਟ ਕਰ ਲੈਣੇ। ਤੁਹਾਡੇ ਸਵਾਲਾਂ ਦੇ ਜਵਾਬ ਅਸੀਂ ਅੱਜ ਦਿੱਤੇ, ਪੈਨਲ ਨੇ ਦੇ ਦਿੱਤੇ ਹੈ। ਚੇਅਰਮੈਨ ਸਾਹਿਬ ਦਾ ਮੈਨੂੰ ਹੁਣੇ ਜਵਾਬ ਆਇਆ ਸੀ ਮੈਸੇਜ ਵੀ ਤੁਹਾਡੇ ਕੋਲ ਪੈਨਲ ਬੈਠਾ, ਇੰਨੀ ਦੇਰ ਵੇਟ ਨਾ ਕਰੋ, ਤੁਸੀਂ ਉਹ ਸਵਾਲ ਪੁੱਛ ਕੇ ਉਹਦੇ ਜਵਾਬ ਜਿਹੜੇ ਦੇ ਦਿੱਤਾ। ਪੁਸਤਕ ਦੇ ਪੰਨਾ ਨੰਬਰ 15 ਤੇ ਲਿਖੇ ਸ਼ਬਦ ਗੁਰਸਿੱਖ ਦੇ ਅਰਥ ਕੀਤੇ ਹਨ ਗੁਰੂ ਦਾ ਸਿੱਖ, ਜੋ ਕਿ ਗਲਤ ਹੈ ਕਿਉਂਕਿ ਸਿੱਖ ਸ਼ਬਦ ਮੁਕਤਾ ਅੰਤ ਹੋਣ ਕਰਕੇ ਬਹੁਵਚਨ ਵਿੱਚ ਹੈ। ਹਾਂਜੀ, ਦੇਖਿਓ ਜੀ, ਗੁਰਸਿੱਖ ਦਾ ਅਰਥ ਹੈ ਗੁਰੂ ਦਾ ਸਿੱਖ, ਇਸ ਲਈ ਗੁਰੂ ਔਂਕੜ ਰਹਿਤ ਹੈ, ਇਸ ਲਈ ਗੁਰ ਔਂਕੜ ਰਹਿਤ ਹੈ। ਇੱਕ ਮਿੰਟ, ਤੇ ਇੱਕ ਸਿੱਖ ਸ਼ਬਦ ਮੁਕਤਾਂਤ ਹੋਣ ਕਰਕੇ ਬਹੁਵਚਨ, ਇਸ ਲਈ ਅਰਥ ਚਾਹੀਦੇ ਸਨ ਗੁਰੂ ਦੇ ਸਿੱਖ। ਹਾਂਜੀ, ਇਹਦਾ ਦੱਸਣਾ ਜੀ ਜਰਾ। ਅੰਮ੍ਰਿਤਪਾਲ ਸਿੰਘ ਲੁਧਿਆਣਾ, ਅਨੰਦਪੁਰ ਸਾਹਿਬ। ਇਹਨੂੰ ਵਾਲੇ ਲੱਭਿਆ ਨਹੀਂ ਜੀ ਕਿੱਥੇ ਗਿਆ, ਕਿਹੜੀ ਤੋਂ। ਅੱਛਾ, ਚਲੋ ਆਪਣੇ ਅੰਮ੍ਰਿਤਪਾਲ ਸਿੰਘ ਯੂਕੇ ਤੁਹਾਡੇ ਸਾਹਮਣੇ ਪੁਸਤਕ ਹੈਗੀ ਹੈ। ਬਿਲਕੁਲ ਉਹ ਠੀਕ ਕਹਿ ਰਹੇ ਨੇ, ਉੱਥੇ ਗੁਰੂ ਦੇ ਸਿੱਖ ਆਣਾ ਚਾਹੀਦਾ ਕਿਉਂਕਿ ਸਿੱਖ ਦੇ ਖੱਖੇ ਨੂੰ ਔਂਕੜ ਨਹੀਂ ਹੈਗੀ, ਸਿੱਖ ਬਹੁਵਚਨ ਹੈਗਾ ਵੈ। ਤੇ ਜੇ ਸਿੱਖ ਦੇ ਖੱਖੇ ਨੂੰ ਔਂਕੜ ਹੁੰਦੀ ਫਿਰ ਆਣਾ ਸੀ ਗੁਰੂ ਦਾ ਸਿੱਖ, ਪਰ ਸਿੱਖ ਦੇ ਖੱਖੇ ਨੂੰ ਔਂਕੜ ਨਹੀਂ, ਇਸ ਕਰਕੇ ਗੁਰੂ ਦੇ ਸਿੱਖ। ਇੱਥੇ ਦੇ ਲਫ਼ਜ਼ ਆਣਾ ਚਾਹੀਦਾ ਸੀ, ਇਹ ਮਿਸ ਪ੍ਰਿੰਟਿੰਗ ਹੈਗੀ ਹੈ, ਪ੍ਰਿੰਟਿੰਗ ਦੇ ਆਣਾ ਚਾਹੀਦਾ ਵੈ, ਦੇ ਚਾਹੀਦਾ ਸੀ। ਹਾਂਜੀ ਬਿਲਕੁਲ ਜੀ, ਮੈਂ ਨੋਟ ਕਰ ਲਾਂ ਜੀ। ਮੈਂ ਅਗਲੇ ਐਡੀਸ਼ਨ ਚ ਦੀ ਸੁਧਾਈ ਹੋਣੀ ਹੈ ਤੇ ਮੈਨੂੰ ਮਾੜਾ ਜਿਹਾ ਨੋਟ ਕਰ ਲੈਣ ਦਿਓ ਪੇਜ ਨੰਬਰ। ਜੇ ਤੁਸੀਂ ਸੁਧਾਈ ਕਰਨੀ ਤੇ ਇਹਦੇ ਚ ਹੋਰ ਬਹੁਤ ਸਾਰੀਆਂ ਮੈਂ ਕਰੈਕਸ਼ਨ ਦੇਖੀਆਂ ਨੇ ਤੇ ਤੁਹਾਨੂੰ ਮੈਂ ਵੀ ਦੱਸ ਦਵਾਂਗਾ ਬਾਅਦ ਵਿੱਚ ਨਾ। ਤੇ ਮੈਨੂੰ ਇੱਕ ਦਿਨ ਦਾ ਟਾਈਮ ਦਿਓ ਕਿਉਂਕਿ ਮੈਂ ਸਾਰੀ ਕਿਤਾਬ ਮੈਨੂੰ ਜ਼ੁਬਾਨੀ ਰਟੀ ਪਈ, ਦੋਨੋਂ ਕਿਤਾਬਾਂ ਕਾਲਜ ਦੀਆਂ, ਤਿੰਨੇ ਕਿਤਾਬਾਂ, ਯਹੀ ਅੱਖਰ ਵਾਲੀ ਵੀ, ਵਿਆਕਰਨ ਦੀ ਵੀ, ਸ਼ੁੱਧ ਉਚਾਰਨ ਦੀ ਵੀ, ਤੇ ਬਹੁਤ ਸਾਰੀਆਂ ਕਰੈਕਸ਼ਨ ਚ ਕਰਨ ਵਾਲੀਆਂ ਨੇ ਜਿਹੜੀਆਂ ਤੁਸੀਂ ਅਗਲੀ ਸੁਧਾਈ ਚ ਕਰੋ। ਠੀਕ ਹੈ ਜੀ, 7 ਵਜੇ ਅੱਗੇ ਜੀ। ਹਾਂ, ਅੱਗੇ ਹੈਗਾ ਇਸ ਪੰਨੇ ਤੇ ਕੇਸ਼ਵ ਗੋਪਾਲ ਪੰਡਤ ਸੱਦਿਓ, ਹਰ ਹਰ ਕਥਾ ਪੜ੍ਹੇ, ਪੁਰਾਣ ਜੀਓ ਵਿੱਚ ਹਰ ਹਰ ਅਤੇ ਕਥਾ ਦੇ ਵਿਚਕਾਰ ਤੇ ਵਿਸ਼ਰਾਮ ਗਲਤ ਤੌਰ ਤੇ ਛਪਿਆ ਹੈ। ਦੇਖੋ ਜਰਾ ਹੈਗਾ ਜੀ, ਕੇਸ਼ਵ ਗੋਪਾਲ ਹੈ ਨਹੀਂ ਇੱਥੇ, ਵਿਸ਼ਰਾਮ ਤਾਂ ਨਹੀਂ ਹੈ। ਬਿਲਕੁਲ ਜੀ ਹੈਗਾ। ਹਾਂਜੀ, ਐਕਚੁਅਲੀ ਉਹ ਪੁਰਾਣੇ ਚ ਸੀਗਾ, ਨਵੀਂ ਐਡੀਸ਼ਨ ਚ ਨਹੀਂ ਹੈਗਾ, ਪੁਰਾਣੀ ਐਡੀਸ਼ਨ ਦੇ ਵਿੱਚ ਸੀਗਾ ਉਦੋਂ। ਇੱਥੇ ਨਹੀਂ ਹੈਗਾ। ਹਾਂ, ਨਵੀਂ ਐਡੀਸ਼ਨ ਦੇ ਵਿੱਚ ਨਹੀਂ ਹੈਗਾ। ਆ ਜਿਹੜਾ ਤੁਹਾਡੇ ਆ ਪੁਰਾਣੀ ਐਡੀਸ਼ਨ ਹੈ, ਹਰ ਹਰ ਦੇ ਲੱਗੀ ਨਾ ਕੋਮਾ ਲੱਗਿਆ, ਜਿਹੜੀ ਨਵੀਂ ਐਡੀਸ਼ਨ ਹੈਗੀ ਹੈ ਉਹਦੇ ਵਿੱਚ ਨਹੀਂ ਹੈਗਾ ਕੋਮਾ। ਚਲੋ ਠੀਕ ਹੋ ਗਿਆ। ਮਤਲਬ ਇੱਕ ਸੈਕਿੰਡ ਮੈਂ ਚੈੱਕ ਕਰ ਲਵਾਂ, ਖੜ ਜਾਓ।
ਕਿਉਂਕਿ ਜਿਹੜੀ ਤੁਸੀਂ ਅਜੇ ਆਪਾਂ ਜਿਹੜਾ ਦੇਖ ਕੇ ਹਟੇ ਆ ਨਾ 15 ਨੰਬਰ ਪੇਜ, ਉਹਦੇ ਵਿੱਚ ਨਹੀਂ ਹੈਗਾ। ਇਹ 15 ਹੀ ਚੱਲਦਾ ਪਿਆ। ਹਾਂ ਦੇਖੋ ਉੱਪਰਲੀ ਤੁਕ ਚ ਹਰ ਦੀ ਹੈਗਾ, ਥੱਲੜੀ ਤੁਕ ਚ ਹਰ ਤੇ ਹੈਗਾ। ਇਹ ਠੀਕ ਕਰਨ ਵਾਲਾ ਹੈ ਜੀ, ਇਹ ਅੰਕੁਰਿਤ ਕੌਮਾ ਕੱਟਿਆ ਜਾਏਗਾ। ਜਿਹੜੀ ਅਸੀਂ ਇਸ ਤੋਂ ਪਹਿਲਾਂ ਪੜ੍ਹ ਕੇ ਗਏ ਨਾ, ਗੁਰੂ ਕਾ ਸਿੱਖ ਦੇ ਥੱਲੇ ਤੁਕ ਲਿਖੀ ਹੋਈ ਹੈ, ਹਰ ਕਥਾ ਪੜ੍ਹੇ, ਉੱਥੇ ਕੌਮਾ ਨਹੀਂ ਹੈਗਾ। ਕੌਮਾ ਕੱਟਣਾ ਹੈ ਕਰਕੇ ਆ ਗਿਆ। ਹਾਂ ਠੀਕ ਲਿਖੀ ਹੈ ਥੱਲੇ ਤਾਂ, ਇੱਥੇ ਹੈ ਨਹੀਂਗਾ। ਏਦਾਂ ਇਹ ਤੁਕ ਠੀਕ ਹੈ, ਥੱਲੇ ਵਾਲੇ ਚੋਂ ਕੌਮਾ ਕੱਟਣਾ ਪਏਗਾ। ਥੱਲੇ ਲਿਖਿਆ ਹੋਇਆ ਕੇਸ਼ਵ ਗੋਪਾਲ ਪੰਡਤ ਸਦਿਓ, ਠੀਕ ਹੈਗਾ। ਥੱਲੇ ਉਹ ਤਾਂ ਜਿਹੜਾ ਥੱਲੇ ਹੈਗਾ ਕੇਸ਼ਵ ਗੋਪਾਲ ਪੰਡਤ, ਜਿਹੜਾ ਹਰ ਹੈ ਨਾ ਥੱਲੇ ਵਾਲਾ, ਹਾਂਜੀ ਹਰ ਕਥਾ ਪੜ੍ਹੇ, ਹਰ ਤੋਂ ਬਾਅਦ ਕੌਮਾ ਨਹੀਂ ਆਏਗਾ। ਕੌਮਾ ਨਹੀਂ ਆਏਗਾ, ਥੱਲੇ ਠੀਕ ਕੀਤੀ ਹੈ। ਹਾਂ ਠੀਕ ਹੈ ਜੀ, ਧੰਨਵਾਦ ਜੀ। ਅਗਲੀ ਹੈਗੀ ਹੈ ਜੀ, ਇਹ ਦੁਬਾਰਾ ਲਿਖੀ ਗਈ ਹੈ ਤਾਂ ਹਰ ਤੋਂ ਬਾਅਦ ਵਿਸਰਾਮ ਨਹੀਂ ਲੱਗਿਆ, ਜੋ ਠੀਕ ਹੈ। ਤਾਂ ਫਿਰ ਪਹਿਲਾਂ ਵੀ ਨਹੀਂ ਸੀ ਚਾਹੀਦਾ। ਇਸ ਅਰਥਾਂ ਵਿੱਚ ਪੂਰੀ ਸਪਸ਼ਟਤਾ ਨਹੀਂ ਹੈ। ਅਸਲ ਵਿੱਚ ਅਰਥ ਇਸ ਤਰ੍ਹਾਂ ਕਰਨੇ ਚਾਹੀਦੇ ਹਨ। ਹਾਂਜੀ ਇਸੇ ਵਿੱਚ 3 ਵਾਰ, ਇਸੇ ਪੇਜ ਵਿੱਚ 3 ਵਾਰ ਤੁਕ ਆਈ ਹੈ। ਪਹਿਲੀ ਤੁਕ ਠੀਕ ਹੈ, ਦੂਜੀ ਤੁਕ ਵਿੱਚ ਹਰ ਤੋਂ ਬਾਅਦ ਕੌਮਾ ਹੈ, ਤੀਜੀ ਥਾਂ ਤੇ ਫਿਰ ਠੀਕ ਹੈ। 21 ਤੁਕ 3 ਵਾਰ ਆਈ ਹੈ ਇਹ। ਹਾਂਜੀ ਠੀਕ ਹੈ ਜੀ। ਇਹਨਾਂ ਦੇ ਅਰਥ ਜਿਹੜੇ ਪੰਡਤਾਂ ਨੂੰ ਸੱਜੋ ਜਾ ਕੇ ਕਾਲਪੁਰਖ ਦੀ ਕਥਾ ਵਾਰਤਾ ਪੜ੍ਹਨ, ਮੇਰੇ ਵਾਸਤੇ ਹੀ ਪ੍ਰਾਂਤ ਦੀ ਕਥਾ ਹੋਈ, ਪਰ ਪ੍ਰਾਂਤ ਦੀ ਕਥਾ ਪੜ੍ਹਨ ਦੀ ਕੋਈ ਲੋੜ ਨਹੀਂ ਹੈ। ਪਰ ਜਿਵੇਂ ਅਰਥ ਕੀਤੇ ਗਏ ਜੋ ਆ ਕੇ ਹਰੀ ਦੀ ਕਥਾ ਰੂਪ ਪ੍ਰਾਂਤ ਪੜ੍ਹਨ ਦੇ ਤਕਨੀਕੀ ਤੌਰ ਤੇ ਭਾਵੇਂ ਠੀਕ ਹਨ, ਪਰ ਆਮ ਪਾਠਕ ਲਈ ਕਨਫਿਊਜ਼ਨ ਕ੍ਰੀਏਟ ਕਰਨ ਵਾਲੇ ਹਨ ਕਿ ਹਰੀ। ਚਲੋ ਇਹ ਤਾਂ ਇਹ ਸੁਝਾਅ ਉਹਨਾਂ ਦਾ ਪਬਲੀਕੇਸ਼ਨ ਲਈ ਹੈਗਾ, ਕੋਈ ਇਹਦਾ ਮਤਲਬ ਨਹੀਂ ਹੈਗਾ ਕਿ ਉਹਨੂੰ ਤੋਂ ਜਾਂ ਕਾਲਪੁਰਖ ਦੇ ਲਿਖ ਦਿਓ, ਕਾਲਪੁਰਖ ਦੇ ਗੁਰਸਿੱਖੀ ਸਿੱਧਾ ਲਿਖ ਦਿਓ, ਪੰਡਤ ਨਾ ਲਿਖੋ। ਉਹ ਤਾਂ ਕੁਝ ਗੱਲਾਂ ਸਮਝਣ ਲਈ ਵੀ ਜ਼ਰੂਰੀ ਹੁੰਦੀਆਂ ਨੇ, ਕਈ ਵਾਰੀ ਲਿਖਣੀਆਂ ਵੀ ਪੈਂਦੀਆਂ ਨੇ ਅਰਥ ਬੋਧ ਕਰਨ ਦੇ ਲਈ। ਇਸ ਕਰਕੇ ਇਹਨਾਂ ਨੇ ਹੋਰ ਇੱਕ ਸਵਾਲ ਲਿਖਿਆ ਹੈ, ਪੁਸਤਕ ਦੇ ਪੰਨਾ ਨੰਬਰ 11, ਇੱਥੇ ਮੈਂ ਸਾਨੂੰ ਠੀਕ ਕਰਾਇਆ ਸੀ ਉਸ ਦਿਨ, ਇਹਨੂੰ ਠੀਕ ਪੜ੍ਹਿਆ ਵੀ ਸੀ ਉਹਨਾਂ ਨੇ, ਇੱਥੇ ਗਲਤ ਛਪਿਆ ਹੋਇਆ ਤੇ 11 ਨੰਬਰ ਪੰਨਾ ਤੇ। ਹਾਂਜੀ ਤੇ ਰਾਤੀ ਰੁੱਤੀ ਚਿੱਤੀ ਵਾਰ ਇੱਥੇ ਹੈਗਾ ਜੀ, ਕਮਣ ਸੀ ਰੁੱਤੀ ਮਹਾਕਮਣ। ਇੱਕ ਮਿੰਟ, ਪੁਸਤਕ ਦੇ ਪੰਨਾ ਨੰਬਰ 11 ਉੱਪਰ ਤੋਂ ਥਿਤ ਵਾਰ ਨਾ ਜੋਗੀ ਜਾਣਾ ਰੁੱਤ ਮਾਂ ਨਾ ਕੋਈ, ਇੱਥੇ ਰੁੱਤ ਨੂੰ ਬਿਹਾਰੀ ਪੈ ਗਈ ਸੀ ਤੇ ਇੱਥੇ ਉਹਨਾਂ ਨੇ ਠੀਕ ਕਰਵਾਤੀ ਸੀ ਉਦੋਂ ਇੱਥੇ। ਹਾਂਜੀ ਰੁੱਤ ਦੀ ਸਿਆਰੀ ਆਏਗੀ ਜਿੱਥੇ, ਹਾਂਜੀ ਉੱਥੇ ਸਿਆਰੀ ਆਣੀ ਉਹਨਾਂ ਠੀਕ ਕਰਵਾਈ ਸੀ ਉਸ ਦਿਨ ਹੋਈ ਹੈ, ਮਤਲਬ ਮੇਰੇ ਕੋਲ ਲਿਖਿਆ ਆਏਗੀ। ਹਾਂਜੀ ਇਹ ਲਿਖੀ ਹੋਈ, ਮੇਰੇ ਕੋਲ ਕਰੈਕਸ਼ਨ ਵੈਸੇ ਹੀ ਲਿਖੀ ਹੋਈ ਹੈ ਤੇ ਇਹ ਕਿਉਂਕਿ ਠੀਕ ਹੈ ਜੀ, ਇਹ ਥਿਤ ਵਾਰ ਨਾਲ ਜੋ ਰੁੱਤੀ ਲਿਖਿਆ ਹੋਇਆ ਤਾਂ ਮੇਰੇ ਕੋਲ ਕਰੈਕਸ਼ਨ ਆਲਰੇਡੀ ਨੋਟ ਹੈਗੀ ਆ, ਤਾਂ ਇਹ ਠੀਕ ਹੈਗੀ ਤੇ ਇੱਥੇ ਰੁੱਤ ਦੇ ਸਿਆਰੀ ਆਏਗੀ। ਰੁੱਤੀ ਬਹੁ ਬਚਨ ਵਿੱਚ ਨਹੀਂ ਬਲਕਿ ਇਸਤਰੀ ਲਿੰਗ ਵਿੱਚ ਇੱਕ ਬਚਨ ਆਇਆ, ਇਸ ਲਈ ਇੱਥੇ ਸਿਹਾਰੀ ਬਿਹਾਰੀ ਫਾਲਤੂ ਲੱਗੇ ਜਿਹਨੂੰ ਡਿਲੀਟ ਕਰ ਦਿੱਤਾ ਜਾਵੇ। ਸੋਧ ਕਰਾਉਂਦੇ ਕਿਹਾ ਕਿ ਇੱਥੇ ਰੁੱਤੀ ਬਹੁ ਬਚਨ ਨਹੀਂ ਬਲਕਿ ਇਸਤਰੀ ਲਿੰਗ ਇੱਕ ਬਚਨ ਵਿੱਚ ਆਇਆ, ਇਸ ਲਈ ਇੱਥੇ ਬਿਹਾਰੀ ਫਾਲਤੂ ਡਿਲੀਟ ਕਰ ਦਿੱਤੀ ਜਾਵੇ। ਪਰ ਉਹਨਾਂ ਨੇ ਵੀ ਦੱਸਿਆ ਸੀ ਕਿ ਇੱਥੇ ਸਿਹਾਰੀ ਚਾਹੀਦੀ ਹੈ ਤੇ ਇੱਥੇ ਟਾਈਪ ਦੀ ਗਲਤੀ ਨਾਲ ਬਿਹਾਰੀ ਛਪੀ ਹੈ, ਅੰਤਲੇ ਅੱਖਰ ਨੂੰ ਲੱਗੀ ਸਿਹਾਰੀ ਵੀ। ਇੱਕ ਬਚਨ ਇਸਤਰੀ ਲਿੰਗ ਸ਼ਬਦ ਦੀ ਹੀ ਲਿਖਾਇਕ ਹੈ। ਆਪਣੇ ਕਾਲੇ ਦੇ ਨੇਤਨ ਦੇ ਗੁਟੀਆਂ ਵਿੱਚ ਵੀ ਸ਼ਬਦ ਸਿਹਾਰੀ ਅੰਤ ਰੁੱਤ ਹੀ ਸਿਹਾਰੀ ਨਾਲ ਹੀ ਛਪਿਆ ਹੋਇਆ ਹੈ। ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਵਾਰ ਵੀ ਰੁੱਤ ਸ਼ਬਦ ਮੁਕਤਾ ਰੂਪ ਵਿੱਚ ਨਹੀਂ ਆਇਆ। ਉਹ ਸਿਹਾਰੀ ਹੈ ਤਾਂ ਉਧਰ ਕਲੈਰਿਟੀ ਹੋ ਗਈ ਸੀ, ਪਰ ਚਲੋ ਫਿਰ ਵੀ ਉਹਨਾਂ ਦੇ ਸੁਝਾਅ। ਧੰਨਵਾਦ ਜੀ ਕਿਰਪਾਲ ਸਿੰਘ ਜੀ ਬਠਿੰਡਾ ਵਾਲੇ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਅੱਜ ਪੈਨਲ ਦੇ ਵਿੱਚ ਆਏ ਹੋਏ ਸਾਰੇ ਜਿਹੜੇ ਵੀ ਸਾਡੇ ਵਿਦਵਾਨ ਸੱਜਣ ਅੱਜ ਸਾਡੇ ਪੈਨਲ ਦੇ ਵਿੱਚ ਹਨ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਦਾ ਸਮਾਂ ਲਿਆ, ਖਾਸ ਕਰਕੇ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਤੇ ਯੂਕੇ ਤੋਂ ਜਿਹੜੇ ਅੱਜ ਕੱਲ੍ਹ ਯੂਕੇ ਹਨ ਲੁਧਿਆਣੇ ਵਾਲੇ, ਇਹਨਾਂ ਨੂੰ ਮੈਂ ਸਪੈਸ਼ਲ ਫੋਨ ਤੇ ਗੱਲ ਕਰਕੇ, ਕਿਉਂਕਿ ਇਹਨਾਂ ਦੇ ਲੇਖ ਬੇਸਿਕ ਫਲਵਾੜੀ ਵਿੱਚ ਛਪਦੇ ਰਹੇ ਹਨ, 3-4 ਲੇਖ ਛਪ ਚੁੱਕੇ ਆ। ਇਹ ਕਾਫੀ ਵਿਆਕਰਨ ਦੇ ਬਾਰੇ 'ਚ ਇਹਨਾਂ ਨੂੰ ਗਿਆਨ ਵੀ ਹੈਗਾ, ਕਿਉਂਕਿ ਇਹਨਾਂ ਦੇ ਜਿੱਥੋਂ ਬੜੇ ਉਸਤਾਦ ਵੀ ਜਿਹੜੇ ਦਵਿੰਦਰਪਾਲ ਸਿੰਘ ਜੀ, ਉਹ ਵੀ ਵਿਆਕਰਨ ਦੇ ਬਹੁਤ ਮਾਹਰ ਨੇ ਤੇ ਉਹ ਵੀ ਕਾਫੀ ਜ਼ਿਆਦਾ ਸਾਰੇ ਜਾਣਦੇ ਨੇ ਨਿਯਮਾਂ ਨੂੰ। ਉਹਨਾਂ ਨਾਲ ਵੀ ਮੈਂ ਪਿੱਛੇ ਗੱਲ ਕੀਤੀ ਸੀ, ਪਰ ਉਹਨਾਂ ਕੋਲ ਸਮਾਂ ਜਿਹੜਾ ਸੂਟ ਨਹੀਂ ਸੀ ਕਰਦਾ, ਜਿਸ ਕਰਕੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ। ਇਹਨਾਂ ਨੇ ਬੇਨਤੀ ਨੂੰ ਪ੍ਰਵਾਨ ਕੀਤਾ। ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ।